देश दुनिया च वसदे पंजाबियों ਨੂੰ खुशामदीद। मैं हरजिंदर सिंह रंधावा। तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। जी आया जी। थैंक यू। शुक्रिया जी। साडा अज दा ये एपीसोड 4 ਵੱਖ-ਵੱਖ ਮੁੱਦਿਆਂ ਦੇ ਕੇਂਦਰਿਤ ਰਹੇਗਾ। ਸਭ ਤੋਂ ਪਹਿਲਾਂ ਅੱਜ ਬਾਅਦ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਿੱਚ ਹਾਜ਼ਰੀ ਨੂੰ ਲੈ ਕੇ ਇੱਕ ਟਵੀਟ ਕਰ ਦਿੰਦੇ ਆ, ਇੱਕ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਨੇ। ਮੈਂ ਉਹਦਾ ਜ਼ਿਕਰ ਕਰਦੇ ਆ, ਫਿਰ ਆਪਾਂ ਉਸ ਤੋਂ ਅੱਗੇ ਵਧਦੇ ਆ। ਉਹ ਕਹਿੰਦੇ ਆ ਕਿ ਇੱਕ ਅਜਿਹੀ ਰਾਜਨੀਤਿਕ ਪਾਰਟੀ ਜਿਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗਦੇ ਨੇ, ਉਸ ਪਾਰਟੀ ਦੇ ਹੱਕ 'ਚ ਐਸਜੀਪੀਸੀ ਦੇ ਪ੍ਰਧਾਨ ਦੁਆਰਾ ਵੋਟਾਂ ਦਾ ਪ੍ਰਚਾਰ ਕਰਨਾ ਕਿੰਨਾ ਕੁ ਜਾਇਜ਼ ਹੈ। ਸਵਾਲ ਉਠਾ ਰਹੇ ਨੇ ਮੁੱਖ ਮੰਤਰੀ। 3 ਪ੍ਰਸ਼ਨ ਚਿੰਨ੍ਹ ਪਾਉਂਦੇ ਆ, ਮਤਲਬ ਕਾਫੀ ਵੱਡਾ ਸਵਾਲ ਉਹ ਦੱਸਦੇ ਨੂੰ ਕਿ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ। 2 ਪ੍ਰਸ਼ਨ ਚਿੰਨ੍ਹ ਫੇਰ ਪਾ ਦਿੰਦੇ। ਇਹਦੇ ਉੱਤੇ ਗੱਲ ਅੱਗੇ ਤੋਰਦੇ ਆ ਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਜਲੰਧਰ ਦੀ ਇਸ ਉਪ ਚੋਣ ਦੇ ਵਿੱਚ ਇਸ ਮੁੱਦੇ ਨੂੰ ਉਠਾ ਕੇ ਕੀ ਸੰਕੇਤ ਕਰਨਾ ਚਾਹੁੰਦੇ। ਦੂਜਾ ਮਾਮਲਾ, ਸ਼੍ਰੋਮਣੀ ਅਕਾਲੀ ਦਲ ਲਗਭਗ 3 ਦਿਨ ਤੋਂ ਚੱਲਦੀ ਇਸ ਬਹਿਸ ਨੂੰ ਵਿਰਾਮ ਦੇਣ ਦਾ ਯਤਨ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਬਸਪਾ ਨਾਲ ਆਪਣੇ ਗੱਠਜੋੜ ਨੂੰ ਪੱਕਾ ਦੱਸਦੇ ਆ, ਇਹ ਦਾਅਵਾ ਕਰਦੇ ਆ ਕਿ ਇਹ ਮਹਿਜ ਅਖਬਾਰੀ ਜਾਂ ਮੀਡੀਆਈ ਖਬਰਾਂ ਨੇ, ਇਸ ਤੋਂ ਵੱਧ ਕੁਝ ਨਹੀਂ। ਪ੍ਰਧਾਨ ਮੰਤਰੀ ਸਾਹਿਬ ਦੀ ਸੰਵੇਦਨਾ, ਬੀਜੇਪੀ ਦੇ ਆਗੂਆਂ ਦੀ ਸੰਵੇਦਨਾ ਮਹਿਜ ਸੰਵੇਦਨਾ ਹੈ, ਇਸ ਤੋਂ ਵੱਧ ਇਹਦੇ ਅਰਥ ਨਾ ਲਏ ਜਾਣ। ਤੀਜਾ ਸਵਾਲ, ਅਕਾਲੀ ਸਫਾਂ ਦੇ ਵਿੱਚ ਰੋਬਨ ਹੁੱਡੀ ਪੋਲਿਟਿਕਸ ਲਈ ਜਾਣੇ ਜਾਂਦੇ ਬੈਂਸ ਭਰਾ ਬੀਜੇਪੀ ਨੂੰ ਸਮਰਥਨ ਦੇ ਦਿੰਦੇ ਆ ਜਲੰਧਰ ਉਪ ਚੋਣ ਲਈ। ਇਹ ਵੀ ਕਾਫੀ ਵੱਡਾ ਮਾਮਲਾ ਇਸ ਕਰਕੇ ਬਣ ਜਾਂਦਾ ਹੈ ਕਿ ਲੁਧਿਆਣੇ ਦੇ ਖਿੱਤੇ ਵਿੱਚ ਬੈਂਸਾਂ ਦਾ ਕਦੇ ਜ਼ਿਕਰ ਵੱਡਾ ਹੁੰਦਾ ਸੀ, ਹੁਣ ਉਹ ਘਿਰੇ ਹੋਏ ਨੇ ਵਿਵਾਦਾਂ 'ਚ। ਉਹਨਾਂ ਦਾ ਅਸਰ ਕਿੰਨਾ ਹੈ, ਪੋਜ਼ਿਟਿਵ ਕਿ ਨੈਗੇਟਿਵ? ਲੇਕਿਨ ਅਕਾਲੀ ਪੋਲਿਟਿਕਸ ਵਿੱਚ ਸੰਨ ਲਾਉਣ ਦੀ ਬੀਜੇਪੀ ਦੀ ਇੱਕ ਪ੍ਰਵਿਰਤੀ ਅੱਗੇ ਵੱਧ ਰਹੀ ਆ। ਤੇ ਆਖਰੀ ਮਾਮਲਾ, ਆਖਰ ਲੰਘੇ ਦਿਨ ਬਹਿਬਲ ਕਲਾਂ ਮਾਮਲੇ 'ਚ ਗਠਿਤ ਐਸਆਈਟੀ ਆਪਣੀ ਚਾਰਜ ਸ਼ੀਟ ਜਾਂ ਰਿਪੋਰਟ ਦਾਖਲ ਕਿਉਂ ਨਹੀਂ ਕਰਦੀ? ਕੋਈ ਟਾਈਮਿੰਗ ਦਾ ਸਵਾਲ ਹੈ ਜਾਂ ਕੋਈ ਹੋਰ ਮਾਮਲੇ ਆ? ਇਹ 4 ਮਾਮਲਿਆਂ ਦੇ ਉੱਤੇ ਕੇਂਦਰਿਤ ਰਵਾਂਗੇ। ਸਰਦਾਰ ਹਮੀਰ ਸਿੰਘ ਜੀ, ਸਭ ਤੋਂ ਪਹਿਲਾਂ ਮੁੱਖ ਮੰਤਰੀ ਅੱਜ ਇਹ ਚੋਣ ਕਰਦੇ ਨੇ ਕਿ ਉਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਅਕਾਲੀ ਦਲ ਤੇ ਹਮਲਾ ਕਰਨਗੇ। ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਇਹਦੇ ਕੀ ਅਰਥ ਹੈ? ਇਹ 4 ਲਾਈਨਾਂ ਦੀ ਇੱਕ ਸਟੇਟਮੈਂਟ ਮਹਿਜ ਮਾਤਰ ਹੈ ਜਾਂ ਇਸ ਤੋਂ ਵੱਡੇ ਅਰਥ ਇਹਦੇ ਨੇ? ਕਿੱਥੇ ਨਿਸ਼ਾਨਾ ਲਾ ਰਹੇ ਨੇ ਮੁੱਖ ਮੰਤਰੀ ਜਲੰਧਰ ਦੀ ਉਪ ਚੋਣ ਨੂੰ ਲੈ ਕੇ ਜਾਂ ਪੰਜਾਬ ਦੇ ਸੀਨ ਨੂੰ ਲੈ ਕੇ? ਇਹਦੇ 'ਚ ਇਹ ਲੱਗਦਾ ਕਿ ਪਿਛਲੇ ਦਿਨਾਂ 'ਚੋਂ ਜਿਹੜਾ ਇੱਕ ਵਰਤਾਂਤ ਸਾਡੇ ਚੱਲਿਆ ਕਾਫੀ, ਉਹਦੇ 'ਚ ਇੱਕ ਸਿੱਖ ਸੈਂਟੀਮੈਂਟਸ ਦਾ ਜਿਹੜਾ ਸਵਾਲ ਸੀ, ਚਾਹੇ ਬੰਦੀ ਸਿੰਘਾਂ ਦੇ ਰਿਹਾਈ ਦਾ ਹੋਵੇ, ਚਾਹੇ 18 ਅਕਤੂਬਰ ਤੋਂ ਬਾਅਦ ਜਿਸ ਤਰ੍ਹਾਂ ਫੜੋ ਫੜਾਈ ਹੋਈ ਅੰਮ੍ਰਿਤਪਾਲ ਵਰਤਾਰੇ ਦੇ ਵਿੱਚ, NSA ਲਾਤਾ, ਉੱਥੇ ਭੇਜਤੇ, ਤਾਂ ਕਿਤੇ ਨਾ ਕਿਤੇ ਨਜ਼ਰ ਆਉਂਦਾ ਸੀ ਵੀ ਸ਼ਾਇਦ ਗੌਰਮੈਂਟ ਦੇ ਮਤਲਬ ਖਿਲਾਫ ਇੱਕ ਮਾਈਂਡ ਜਿਹੜੇ ਬਣ ਰਿਹਾ ਇੱਕ ਖਾਸ ਭਾਈਚਾਰੇ ਦੇ ਵਿੱਚ। ਤਾਂ ਉਹਨੂੰ ਕਾਊਂਟਰ ਕਰਨ ਦੇ ਲਈ 2 ਗੱਲਾਂ ਸੀ ਜਿਹੜੀਆਂ ਇਹਨਾਂ ਨੂੰ ਪੋਜ਼ਿਟਿਵ ਵੀ ਗੌਰਮੈਂਟ ਦੇ ਫੇਵਰ 'ਚ। ਚਾਹੇ ਤਾਂ ਉਹ ਕੋਟਕਪੂਰੇ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰਨੇ, ਦੋਨੋਂ ਚਲਾਨ ਪੇਸ਼ ਕਰਕੇ ਉਹਦੇ 'ਚ ਨਾਮ ਵੀ ਜਿਹੜੀ ਲੋਕਾਂ ਦੀ ਇੱਕ ਉਮੀਦ ਹੁੰਦੀ ਹੈ ਨਾ, ਕੋਰਟ 'ਚ ਜਾ ਕੇ ਕੀ ਹੋਣਾ ਉਹ ਅਲੱਗ ਗੱਲ ਹੈ। ਜਿੱਥੇ ਦੋਨਾਂ ਬਾਦਲਾਂ ਦਾ ਨਾਮ ਪਾਤਾ, ਸੁਮੇਧ ਸਿੰਘ ਸੈਣੀ ਦਾ ਹੈ, ਉਹ ਸਾਰੇ ਬੰਦੇ ਜਿਨ੍ਹਾਂ ਤੇ ਲੋਕ ਇਹ ਕਹਿੰਦੇ ਸੀ ਵੀ ਇਹ ਕਿਤੇ ਨਾ ਕਿਤੇ ਉਸ ਕਾਰਵਾਈ 'ਚ ਰਹੇ ਨੇ ਜਾਂ ਸ਼ੱਕ ਉਧਰ ਕੀਤੀ ਜਾਂਦੀ ਸੀ, ਤਾਂ ਉਹ ਆਉਣਾ। ਤੇ ਦੂਜੀ ਗੱਲ ਇਹ ਐਸਜੀਪੀਸੀ ਦਾ ਜਿਹੜਾ ਮਾਮਲਾ ਵੀ ਉਹਦੇ ਨਾਲ ਹੀ ਜੋੜਨਾ, ਜਿਹੜਾ ਕਿਤੇ ਨਾ ਕਿਤੇ ਉਹਦੇ ਤਾਲਮੇਲ ਦੇ ਵਿੱਚ ਕਿ ਇਹ ਇਸ ਕਰਕੇ ਆ ਕਿ ਸ਼੍ਰੋਮਣੀ ਕਮੇਟੀ ਤਾਂ ਅਲੱਗ ਰਹੇ ਘੱਟੋ ਘੱਟ ਉਹਦੇ ਨਾਲ, ਪਰ ਰਿਐਲਿਟੀ ਇੱਕ ਹੋਰ ਗੱਲ ਕਰਦੀ ਹੈ। ਤੱਥ ਤੇ ਦਲੀਲ ਇੱਕ ਹੋਰ ਗੱਲ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਇਹ ਦੋਨੋਂ ਅਲੱਗ-ਅਲੱਗ ਚੀਜ਼ਾਂ ਨਹੀਂ ਰਹੀਆਂ ਸ਼ੁਰੂ ਤੋਂ ਲੈ ਕੇ। ਨਾਰਮਲੀ ਪੰਥਕ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਸੇ ਗਰੁੱਪ ਨੂੰ ਹੀ ਮਾਨਤਾ ਮਿਲਦੀ ਹੈ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਨਾਂ ਸ਼ੱਕ ਪਿਛਲੇ ਸਮੇਂ ਤੋਂ ਜੇ ਈਵਨ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਚੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਕਲਦਾ ਹੈ, ਉਹਦੇ 'ਚ ਅੰਦਰੂਨੀ ਜਮਹੂਰੀਅਤ ਹੋਣੀ ਚਾਹੀਦੀ ਹੈ। ਜਿਹੜੇ ਕੁਝ ਮੁੱਦੇ ਬੀਬੀ ਜਗੀਰ ਕੌਰ ਨੇ ਵੀ ਉਠਾਏ ਸੀ, ਤਾਂ ਬਾਕੀ ਵੀ ਜਿਹੜੇ ਬੰਦੇ ਅਕਾਲੀ ਦਲ ਦੇ ਸਪਲੈਂਟਰ ਗਰੁੱਪ ਹੁੰਦੇ ਨੇ ਉਹ ਉਠਾਉਂਦੇ ਰਹਿੰਦੇ ਨੇ ਇਹ ਮੁੱਦੇ ਲਗਾਤਾਰ ਉਸ ਮਾਮਲੇ ਦੇ ਵਿੱਚ। ਪਰ ਗੱਲ ਇਹ ਹੈ ਵੀ ਜਿਹੜੀਆਂ ਤਾਂ ਸੈਕੂਲਰ ਪਾਰਟੀਆਂ ਨੇ, ਸੈਕੂਲਰ ਕਹੋ, ਸੋ ਕਾਲਡ ਸੈਕੂਲਰ, ਜਿਹਾ ਜਿਹਾ ਵੀ ਮਰਜ਼ੀ ਤੁਸੀਂ ਉਹ ਕਹਿ ਦਿਓ, ਹਾਲਾਂਕਿ ਸੁਪਰੀਮ ਕੋਰਟ ਨੇ ਕਲੀਅਰ ਗੱਲ ਇਹ ਕੀਤੀ ਹੈ
ਕਿ ਧਾਰਮਿਕ ਹੋਣ ਦਾ ਮਤਲਬ ਗੈਰ ਸੈਕੂਲਰ ਹੋਣਾ ਜ਼ਰੂਰੀ ਨਹੀਂ ਹੁੰਦਾ ਕਿ ਉਹ ਗੈਰ ਸੈਕੂਲਰ ਵੀ ਹੈ। ਔਰ ਜੇ ਧਾਰਮਿਕ ਹੋ ਕੇ ਤੁਸੀਂ ਕੋਈ ਹਿੰਸਕ ਕਰਦੇ ਹੋ ਹੋਰ ਕਿਧਰੇ ਪੈਂਦੇ ਹੋ ਤਾਂ ਉਹ ਸ਼ਾਇਦ ਅਲੱਗ ਗੱਲ ਹੁੰਦੀ ਹੈ। ਸਾਡੇ ਕੰਟਰੀ ਦਾ ਸੈਕੂਲਰਿਜ਼ਮ ਦੀ ਜਿਹੜੀ ਧਾਰਨਾ ਹੈ ਉਹ ਜ਼ਰੂਰੀ ਨਹੀਂ ਵੈਸਟ ਨਾਲ ਮਿਲਦੀ ਹੈ, ਪੱਛਮ ਨਾਲ ਮਿਲਦੀ ਹੈ, ਉਹ ਇੱਕ ਅਲੱਗ ਟਾਈਪ ਦੀ ਡਿਬੇਟ ਹੋ ਸਕਦੀ ਹੈ। ਪਰ ਇਹਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਮਤਲਬ ਹੈ ਕਲੀਅਰ ਕੱਟ, ਜਿਹੜੇ ਵੀ ਮੈਂਬਰ ਐਸਜੀਪੀਸੀ ਦੇ ਨੇ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਉਹ ਅਕਾਲੀ ਦਲ ਦੇ ਨੁਮਾਇੰਦੇ ਮੰਨੇ ਜਾਂਦੇ ਨੇ ਤੇ ਉਹ ਪਹਿਲਾਂ ਵੀ ਕਰਦੇ ਰਹੇ ਨੇ ਕੰਪੇਨ, ਜਹਦਾ ਟੌੜਾ ਵੀ ਕਰਦੇ ਰਹੇ ਨੇ ਅਕਾਲੀ ਦਲ ਦੀ ਟੋਟਲ ਕੰਪੇਨ, ਉਹ ਲੰਮਾ ਸਮਾਂ ਰਹੇ, 27 ਵਾਰ ਰਹੇ ਤੇ ਬਾਕੀ ਵੀ ਰਹੇ। ਇਹ ਕੋਈ ਨਵੀਂ ਗੱਲ ਤਾਂ ਨਹੀਂ ਹੋ ਰਹੀ, ਪਰ ਨਾਲ ਦੀ ਨਾਲ ਇੱਕੋ ਗੱਲ ਹੋ ਰਹੀ ਹੈ। ਮੈਨੂੰ ਸਰਦਾਰ ਹਮੀਰ ਸਿੰਘ ਜੀ, ਇੱਕ ਮੈਂ ਤੁਹਾਨੂੰ ਸਮਝ ਰਿਹਾ ਜਿੰਨਾ ਕਿ ਸ਼ਾਇਦ ਇਹਨੂੰ ਥੋੜਾ ਜਿਹਾ ਆਪਾਂ ਹੋਰ ਬਿਹਤਰ ਸਮਝ ਲਈਏ। ਤੁਹਾਡਾ ਮਤਲਬ ਹੈ ਕਿ ਜਲੰਧਰ ਦੀਆਂ ਰੂਰਲ ਪਾਕਟਸ ਦੇ ਵਿੱਚ, ਪਿੰਡੂ ਖੇਤਰਾਂ 'ਚ, ਪਿੰਡੂ ਕੌਂਸਟੀਟੂਐਂਸੀਜ਼ ਦੇ ਵਿੱਚ ਜਿਹੜੀ ਸਿੱਖ ਵੋਟ ਦੀ ਨਾਰਾਜ਼ਗੀ ਦੀ ਸੰਭਾਵਨਾ ਹੋ ਸਕਦੀ ਆ ਔਰ ਉਹ ਸ਼ਿਫਟ ਅਕਾਲੀ ਦਲ ਵੱਲ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਉਹਨੂੰ ਮੁੱਖ ਮੰਤਰੀ ਨੇ ਟਾਰਗੇਟ ਕੀਤਾ। ਤੁਹਾਡੇ ਨਜ਼ਰੀਏ ਤੋਂ ਇਹੀ ਸਵਾਲ ਹੈ ਕਿ ਜਿਹੜੇ ਪਿਛਲੇ ਦਿਨਾਂ 'ਚ ਵਰਤਾਰੇ ਸੀ ਕਿਤੇ ਵੋਟ ਸ਼ਿਫਟ ਹੋ ਨਾ ਜਾਵੇ, ਸਮਾਂ ਰਹਿੰਦਿਆਂ ਇਹ ਵੱਡਾ ਹਮਲਾ ਕੀਤਾ, ਤੁਹਾਨੂੰ ਇੰਜ ਲੱਗਦਾ? ਬਿਲਕੁਲ, ਉਹ ਸਾਰੇ ਕਿਤੇ ਹੀ ਕੋਸ਼ਿਸ਼ ਕਰਦੇ ਨੇ ਲੋਕ ਵੀ ਆਪਾਂ ਕਿਹਨੂੰ ਨਾਲ ਕਿਵੇਂ ਲੈਣਾ। ਤੇ ਇਹ ਜਿਹੜੀ ਸਿੱਖ ਮਾਨਸਿਕਤਾ ਪਿਛਲੇ ਦਿਨਾਂ ਦੇ ਵਿੱਚ ਉਹ ਮਤਲਬ ਲੱਗਦੀ ਹੈ ਟਿਲਟ ਹੋਈ, ਕਿਸੇ ਨਾ ਕਿਸੇ ਤਰ੍ਹਾਂ ਦੀ ਨਾਰਾਜ਼ਗੀ, ਜਦੋਂ ਸਾਰੇ ਲੋਕਾਂ ਨੇ ਕਿਹਾ ਓਵਰਆਲ ਕਿ ਸਰਕਾਰ ਇਹ ਗਲਤ ਕਰ ਰਹੀ ਹੈ, ਬੰਦਿਆਂ ਨੂੰ ਫੜਨਾ ਗਲਤ ਹੈ, ਐਨਐਸਏ ਲਾਉਣਾ ਗਲਤ ਹੈ, ਤਾਂ ਇੱਕ ਤਾਂ ਦਿਖਾਈ ਦੇ ਹੀ ਰਹੀ ਹੈ। ਤਾਂ ਉਹਦਾ ਕਾਊਂਟਰ ਕੀ ਹੈ? ਉੱਡਾ ਹੀ ਉਦੋਂ ਵੀ ਵੱਡਾ ਜਜ਼ਬਾਤੀ ਮੁੱਦਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਹੈ, ਤੇ ਉਦੋਂ ਬਾਅਦ ਕੋਟਕਪੂਰਾ ਤੇ ਮਹਿਬਰ ਕਲਾਂ ਦਾ ਮਾਮਲੇ ਦੇ ਵਿੱਚ ਆਇਆ। ਤੇ ਉਹਨੂੰ ਲਾਜ਼ਮੀ ਹੈ ਕਿ ਜੇ ਐਡਰੈਸ ਕਰਨਾ ਤਾਂ ਇਹੋ ਜਿਹਾ ਇੱਕ ਮੁੱਦਾ ਆਊਗਾ ਕੋਈ ਨਾ ਕੋਈ ਵਿੱਚ, ਜਿਹਦੇ ਸ਼ਾਇਦ ਚੀਫ ਮਿਨਿਸਟਰ ਨੇ ਇਹ ਸਟ੍ਰੈਟਜੀ ਦੇ ਤੌਰ ਤੇ, ਰਣਨੀਤੀ ਦੇ ਤੌਰ ਤੇ ਲਿਆ ਹੋਵੇ ਕਿ ਉਹਦੇ ਨਾਲ ਜੋੜ ਦਿਓ ਇਹਨੂੰ ਅਕਾਲੀ ਦਲ ਨਾਲ ਕਿਸੇ ਨਾਲ। ਪਰ ਜੇ ਅਸੀਂ ਪਿਛੋਕੜ ਦੇਖੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤਾਂ ਇੱਕ ਵਾਰ ਵੀ ਬਾਈਬਲ ਦੇ ਕਿਸੇ ਮੋਰਚੇ 'ਚ, ਕਿਸੇ ਕੋਟਕਪੂਰੇ ਦੇ ਮੋਰਚੇ 'ਚ, ਕਿਸੇ ਉਹਦੇ 'ਚ ਕਦੇ ਗਿਆ? ਕਿਉਂਕਿ ਉਹ ਇੱਕ ਮਿਕ ਨੇ। ਜੇ ਪੋਲਿਟਿਕਸ ਜੇ ਉਹਨੂੰ ਤੋੜ ਕੇ ਦੇਖੋਗੇ ਕਿ ਤੁਸੀਂ ਉਹ ਇੱਕ ਅਲੱਗ ਹੈ ਤੇ ਉਹ ਇੱਕ ਅਲੱਗ ਹੈ, ਹਾਲਾਂਕਿ ਲੋਕ ਇਹ ਉਮੀਦ ਕਰਦੇ ਨੇ ਕਿ ਸ਼੍ਰੋਮਣੀ ਕਮੇਟੀ ਕੋਈ ਇੱਕੋ ਪਾਰਟੀ ਦੀ ਨਾ ਹੋਵੇ, ਸ਼੍ਰੋਮਣੀ ਕਮੇਟੀ 'ਚ ਵੱਖ-ਵੱਖ। ਪਰ ਹੁਣ ਜਦ ਬਾਕੀ ਕੋਈ ਇਲੈਕਸ਼ਨ ਨਹੀਂ ਲੜਦਾ, ਕਾਂਗਰਸੀ ਨਹੀਂ ਲੜਦੇ, ਆਪ ਵਾਲੇ ਕਹਿੰਦੇ ਨੇ ਅਸੀਂ ਸੈਕੂਲਰ ਆ, ਦੂਜੇ ਤੀਜੇ ਸਾਰੇ ਉਸ ਲੈਵਲ ਦੀ ਇੱਕ ਗੱਲ ਕਰਦੇ ਨੇ। ਪਰ ਨਾਲ ਦੀ ਨਾਲ ਇੱਕ ਹੋਰ ਗੱਲ ਵੀ ਹੈ, ਪਹਿਲੋਂ ਮੈਨੂੰ ਲੱਗਦਾ ਇੱਕ ਨਵਾਂ ਪਹਿਲੂ ਵੀ ਸ਼ਾਇਦ ਕਿਸੇ ਚਰਚਾ 'ਚ ਆਵੇ। ਜਦੋਂ ਇੱਕ ਗੱਲ ਹੁਣ ਉਦੋਂ ਬਾਅਦ ਬਣ ਗਈ ਹੈ, ਜਿਹੜੀ ਗੱਲ ਤੇ ਅਕਾਲੀ ਦਲ ਦੀ ਦਾਅਵੇਦਾਰੀ ਸੀ ਕਿ ਸ਼੍ਰੋਮਣੀ ਕਮੇਟੀ ਸੁਪਰੀਮ ਜਥੇਬੰਦੀ ਹੈ ਤੇ ਇਹੀ ਰਹੂਗੀ, ਇਹ ਵੀ ਸੀ। ਜਦੋਂ ਦਾ ਹਰਿਆਣੇ ਦਾ ਇੱਕ ਅਲੱਗ ਐਕਟ ਬਣ ਗਿਆ, ਸਟੇਟ ਅਸੈਂਬਲੀ ਵੱਲੋਂ ਐਕਟ ਬਣ ਗਿਆ, ਤੇ ਉਦੋਂ ਬਾਅਦ ਸੁਪਰੀਮ ਕੋਰਟ ਨੇ ਵੀ ਉਹਦੇ ਤੇ ਮੋਹਰ ਲਾਤੀ। ਉਦੋਂ ਬਾਅਦ ਰਿਵਿਊ ਪਟੀਸ਼ਨ ਦੇ ਵਿੱਚ ਵੀ ਗੱਲ ਉਹਨਾਂ ਦੀ ਉਹ ਮੰਨੀ ਗਈ ਹੈ, ਪੰਜਾਬ ਪੁਨਰਗਠਨ ਕਾਨੂੰਨ ਨੂੰ ਆਧਾਰ ਬਣਾ ਕੇ। ਤਾਂ ਕੀ ਕੱਲ ਨੂੰ ਜੇ ਪੰਜਾਬ ਦੀ ਕੋਈ ਪੋਲਿਟਿਕਸ, ਹੋਰ ਪੋਲਿਟਿਕਸ ਕਰਨ ਵਾਲੀ ਪਾਰਟੀ ਅਕਾਲੀ ਦਲ ਤੋਂ ਬਿਨਾਂ, ਉਹ ਪੰਜਾਬ ਦਾ ਐਕਟ ਕਿਉਂ ਨਹੀਂ ਬਣਾ ਸਕਦੀ ਫਿਰ ਸ਼੍ਰੋਮਣੀ ਕਮੇਟੀ ਵਰਗਾ, ਕਿ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਗੁਰਦੁਆਰੇ ਆਏ ਹੋਣਗੇ, ਹਿਮਾਚਲ ਆਪਣਾ ਕਰ ਲੂ ਆਪਣਾ, ਤਾਂ ਉਹ ਆਲ ਇੰਡੀਆ ਗੁਰਦੁਆਰਾ ਐਕਟ ਦੀ ਡਿਮਾਂਡ ਫਿਰ ਕਿਤੇ ਨਾ ਕਿਤੇ ਉਹਦੇ ਚੋਂ ਨਿਕਲਣ ਦੀ ਸੰਭਾਵਨਾ ਫਿਰ ਬਣਦੀ ਹੈ। ਔਰ ਜੇਕਰ ਤੁਸੀਂ ਉਸ ਤਰੀਕੇ ਦੀ ਪੋਲਿਟਿਕਸ ਹੀ ਐ ਕਰਨੀ ਹੈ ਕਿ ਇਸ ਰਿਲੀਜਨ ਨਾਲ ਵੀ ਮੈਂ ਡੀਲ ਕਰਨਾ, ਇਹਦੇ ਨਾਲ ਵੀ ਐ ਡੀਲ ਕਰਨਾ, ਇਹਦੇ ਨਾਲ ਵੀ ਇਹ ਡੀਲ ਕਰਨਾ। ਸਰਦਾਰ ਹਮੀਰ ਸਿੰਘ ਜੀ ਨੂੰ ਨਿੱਠ ਕੇ ਗੱਲ ਕਰਦੇ ਆ, ਗੱਲ ਮੁੱਕੀ ਨਹੀਂ ਅਜੇ, ਤੁਹਾਡੀ ਗੱਲ ਤੋਰਦੇ ਆ ਅੱਗੇ। ਪਰ ਮੈਂ ਸਰਦਾਰ ਜਗਤਾਰ ਸਿੰਘ ਹੁਣਾਂ ਨੂੰ ਸ਼ਾਮਲ ਕਰ ਲਾਂ। ਤੁਸੀਂ ਠੀਕ ਕਹਿ ਰਹੇ ਹੋ ਕਿ ਕੱਲ ਨੂੰ ਜੇਕਰ ਸਟੇਟ, ਜੇਕਰ ਪ੍ਰਦੇਸ਼ ਇਹਦੇ ਵਿੱਚ ਦਖਲ ਦੇਵੇ ਔਰ ਦਖਲ ਦੇਣ ਦਾ ਮਨ ਬਣਾ ਲੇ ਤੇ ਉਹ ਆਪਣਾ ਐਕਟ ਬਣਾ ਦੇਣ ਕਿ ਸਾਨੂੰ ਲੋਕਾਂ ਨੇ ਹੱਕ ਦਿੱਤਾ, ਕਿ ਇੱਥੇ ਜਿਵੇਂ ਹਰਿਆਣੇ ਵਾਲਿਆਂ ਕਿਹਾ ਕਿ ਸਾਡੇ ਕੋਲ ਅਸੈਂਬਲੀ ਦੇ ਵਿੱਚ ਵੋਟਾਂ ਦੇ ਰਾਹੀਂ ਇਹ ਹੱਕ ਮਿਲਿਆ ਕਿ ਅਸੀਂ ਇੱਥੇ ਰਹਿਣ ਵਾਲੇ ਸਿੱਖਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਐਕਟ ਬਣਾ ਸਕੀਏ। ਮੈਂ ਸਰਦਾਰ ਜਗਤਾਰ ਸਿੰਘ ਜੀ ਅਗਲੇ ਮੁੱਦੇ ਤੇ ਇਸੇ ਤੇ ਜਾਣਾ ਚਾਹੁੰਦਾ, ਜਿਹੜਾ ਮੈਨੂੰ ਜੋ ਲੱਗ ਰਿਹਾ, ਜੇ ਮੁੱਖ ਮੰਤਰੀ ਜੇ ਪਿੰਡੂ ਖੇਤਰਾਂ ਜਾਂ ਸ਼ਹਿਰੀ ਖੇਤਰਾਂ ਦੀ ਸਿੱਖ ਵੋਟ ਨੂੰ ਟਾਰਗੇਟ ਕਰਦਿਆਂ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਨੇ, ਤਾਂ ਕੀ ਇਸ ਗੱਲ ਦੀ ਕੋਈ ਗਰੰਟੀ ਸੀ ਕਿ ਇਹ ਵੋਟ ਅਕਾਲੀ ਦਲ ਨੂੰ ਹੀ ਜਾ ਰਹੀ ਸੀ? ਕੀ ਉਹ ਹੁਣ ਜਿਹੜਾ ਬੀਜੇਪੀ ਦਾ ਕੈਂਡੀਡੇਟ ਆ ਉਹ ਜ਼ਿਆਦਾ ਆਪਣੇ ਆਪ ਨੂੰ ਵੱਡਾ ਸਿੱਖ ਕਹਿ ਰਿਹਾ, ਉਹ ਤਾਂ ਚਿਹਰਾ ਮੋਹਰਾ ਵੀ ਆ। ਬੀਜੇਪੀ ਅਛੂਤ ਨਹੀਂ ਰਹੀ, ਹੁਣ ਉਹਨੇ ਬਹੁਤ ਸਾਰੇ ਸਿੱਖ ਲੀਡਰ ਸ਼ਾਮਲ ਕਰ ਲਿਆ। ਕਾਂਗਰਸ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਅਛੂਤ ਵਾਲੀ ਗੱਲ ਹੈ ਨਹੀਂ, ਸਿੱਖ ਵੋਟ ਉਹਨਾਂ ਨਾਲ ਵੀ ਬਹੁਤ ਜੁੜੀ, ਉਹਨਾਂ ਦੀ ਬਹੁਤ ਗਿਣਤੀ ਲੀਡਰਸ਼ਿਪ ਸਿੱਖ ਹੀ ਹੈ। ਸੋ ਆਖਿਰ ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਟਾਰਗੇਟ ਕਰਕੇ ਘੱਟੋ ਘੱਟ ਇੱਕ ਨਿਸ਼ਾਨਾ ਬੰਨਿਆ ਕਿ ਉਹਨੇ ਕੁਝ ਪ੍ਰਤੀਸ਼ਤ ਵੋਟ ਜਿਹੜੀ ਟਿਲਟ ਹੋਣ ਦੀ ਸੰਭਾਵਨਾ ਸੀ ਉਹਦੇ ਤੇ ਫੋਕਸ ਕੀਤਾ, ਜਾਂ ਕੋਈ ਹੋਰ ਏਜੰਡਾ ਹੋ ਸਕਦਾ? ਮੈਂ 2 ਪੁਆਇੰਟ ਲੈ ਕੇ ਇਹ ਗੱਲ ਅੱਗੇ ਤੋਰਦਾ।
ਪਹਿਲਾ ਹੈ ਕਿ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਹੋਵੇ, ਜਦੋਂ ਮੈਂ ਕਹਿੰਦਾ ਕੋਈ ਵੀ, ਇਹਦਾ ਮਤਲਬ ਕੋਈ ਵੀ, ਉਹ ਆਪਣੇ ਆਪ ਨੂੰ ਵੱਡਾ ਰਾਸ਼ਟਰਵਾਦੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਤੇ ਉਹਦੇ ਵਿੱਚ ਅਕਸਰ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੈਗੀਆਂ ਉਹ ਲਗਾਤਾਰ ਹੁੰਦੀਆਂ। ਮੈਂ ਜਦੋਂ ਕਿਹਾ ਵੀ ਕੋਈ ਵੀ ਹੋਵੇ, ਇਹਦਾ ਮਤਲਬ ਕਿ ਹਰ ਸੀਐਮ ਦੇ ਸਮੇਂ ਇਹ ਸਾਰੇ ਭਾਣੇ ਵਾਪਰੇ। ਸੋ ਉਹ ਇੱਕ ਵੱਖਰਾ ਇਸ਼ੂ ਹੈ ਜਿਹੜਾ ਸਿੱਖਾਂ ਦੀ ਨਾਰਾਜ਼ਗੀ ਦਾ ਹੈ। ਮੈਂ ਉਸ ਐਂਗਲ ਤੋਂ ਗੱਲ ਕਰ ਰਿਹਾ। ਦੂਸਰਾ ਹੈ ਜਿਹੜਾ ਇਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਇਹਦੇ 'ਚ ਕੰਪੇਨ ਨਹੀਂ ਕਰਨਾ ਚਾਹੀਦਾ ਬਰਗਾੜੀ ਦੇ ਮਾਮਲੇ ਦੇ ਕੰਟੈਕਸਟ ਦੇ ਵਿੱਚ। ਮੈਂ ਇੱਕ ਹੁਣ ਦੂਜੇ ਪੁਆਇੰਟ ਤੋਂ ਗੱਲ ਕਲੀਅਰ ਕਰਦਾ। ਸ਼੍ਰੋਮਣੀ ਕਮੇਟੀ ਬਣੀ ਸੀ 15 ਨਵੰਬਰ 1920 ਤੇ ਉਸ ਸ਼੍ਰੋਮਣੀ ਕਮੇਟੀ ਨੇ ਹੀ ਅਕਾਲੀ ਦਲ ਬਣਾਇਆ ਸੀਗਾ 14 ਨਵੰਬਰ 1920 ਮਹੀਨੇ ਬਾਅਦ। ਉਹ ਰਿਸ਼ਤਾ ਹੈ। ਮਾਸਟਰ ਤਾਰਾ ਸਿੰਘ ਐਸਜੀਪੀਸੀ ਦੇ ਪ੍ਰਧਾਨ ਵੀ ਸੀ, ਅਕਾਲੀ ਦਲ ਦੇ ਪ੍ਰਧਾਨ ਵੀ ਸੀ, ਔਰ ਨਾਲ ਪ੍ਰਦੇਸ਼ ਕਾਂਗਰਸ ਦੇ ਐਗਜ਼ੈਕਟਿਵ ਦੇ ਮੈਂਬਰ ਵੀ ਸੀ। ਇਹ ਬੜਾ ਕੰਪਲੈਕਸ ਰਿਲੇਸ਼ਨਸ਼ਿਪ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਇਹ ਚੱਲਦਾ ਰਿਹਾ ਹੈ। ਇਸ਼ੂ ਇਸ ਵੇਲੇ ਜਿਹੜਾ ਉਹਨਾਂ ਨੇ ਟੱਚ ਕੀਤਾ ਉਹ ਸਿਰਫ ਕੰਪੇਨ ਕਰਨ ਦਾ ਹੈ ਤੇ ਉਹ ਬੈਕਗਰਾਉਂਡ ਆ ਬਰਗਾੜੀ ਦੀ। ਹਮੀਰ ਹੋਰਾਂ ਨੇ ਗੱਲ ਕੀਤੀ ਹੈ ਬਰਗਾੜੀ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਭੜਾ ਵਾਪਰਿਆ ਅਕਾਲੀ ਸਰਕਾਰ ਦੇ ਵੇਲੇ। ਅਕਾਲੀ ਦਲ ਲੋਕਾਂ ਦੇ ਨਜ਼ਰਾਂ ਦੇ ਵਿੱਚ ਪਾਰਟੀ ਗਿਰ ਗਈ ਤੇ ਹੁਣ 3 ਸੀਟਾਂ ਤੇ ਖੜੀ ਹੈ, ਲੋਕਾਂ ਨੇ ਸਜ਼ਾ ਦੇਤੀ। ਇਹਦੇ ਨਾਲ ਕੱਲਾ ਅਕਾਲੀ ਦਲ ਗੁਨਾਹਗਾਰ ਨਹੀਂ ਹੈ ਉਸ ਨੈਰੇਟਿਵ ਦੇ ਵਿੱਚ। ਉਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ, ਮੈਂ ਅਕਾਲ ਤਖਤ ਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਪਰ ਲੈਣਾ ਪੈਂਦਾ, ਇਹ ਸਾਰੇ ਗੁਨਾਹਗਾਰ ਹੈ। ਸਿੱਖਾਂ ਦੀਆਂ ਦੋਵੇਂ ਸੰਸਥਾਵਾਂ ਗੁਨਾਹਗਾਰ। ਸੋ ਜਦੋਂ ਗੱਲ ਕਰਦੇ ਆ ਕਿ ਇਹਨਾਂ ਨੂੰ ਕੰਪੇਨ ਨਹੀਂ ਕਰਨੀ ਚਾਹੀਦੀ, ਉਹ ਆਪਣੇ ਗੁਨਾਹਾਂ ਦੀ ਮਾਫੀ ਕੌਣ ਮੰਗੇਗਾ? ਮੈਂ ਸਿਰਫ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ। ਇਹ ਦੋ ਸੰਸਥਾਵਾਂ ਅੱਜ ਤੱਕ ਇਹਨਾਂ ਨੇ ਆਪਣੇ ਆਪ ਨੂੰ ਅੱਜ ਵੀ ਬਰਗਾੜੀ ਦੇ ਨੈਰੇਟਿਵ ਤੋਂ ਪਾਸੇ ਰੱਖਿਆ ਹੋਇਆ। ਇਸੇ ਕਰਕੇ ਹੀ ਅਕਾਲੀ ਦਲ ਦੀ ਰਿਵਾਈਵਲ ਦੇ ਵਿੱਚ ਤੇ ਸਿੱਖਾਂ ਦੇ ਅਕਾਲੀ ਦਲ ਵੱਲ ਵਾਪਸ ਜਾਣ ਦੇ ਵਿੱਚ ਹਾਲੇ ਲਕੀਰ ਖਿੱਚੀ ਹੋਈ ਹੈ। ਤੁਹਾਡਾ ਮਤਲਬ ਮੁੱਖ ਮੰਤਰੀ ਨੇ ਜਿਹੜੀ ਇਹ ਸਟੇਟਮੈਂਟ ਦਿੱਤੀ ਆ ਇਹ ਬੜੀ ਸਤਹੀ ਆ। ਇਹ ਨਾ ਵੀ ਦਿੰਦੇ ਤਾਂ ਵੀ ਅਕਾਲੀ ਦਲ ਵੱਲ ਤੁਹਾਡਾ ਮਤਲਬ ਵੋਟ ਜਾਣ ਦੀ ਸੰਭਾਵਨਾ ਨਹੀਂ। ਜਿਹੜੀ ਮੇਨ ਸਿੱਖ ਵੋਟ ਹੈ ਜਿਹੜੀ ਆਹਤ ਹੁੰਦੀ ਹੈ, ਮੰਨ ਲਓ ਅੰਮ੍ਰਿਤਪਾਲ ਦੇ ਵਰਤਾਰੇ ਕਰਕੇ, ਬੰਦੀ ਸਿੱਖਾਂ ਕਰਕੇ, ਹੋਰ ਮਾਮਲਿਆਂ ਕਰਕੇ, ਉਹਨੇ ਪਹਿਲਾਂ ਵੀ ਅਕਾਲੀ ਦਲ ਵੱਲ ਨਹੀਂ ਸੀ ਜਾਣਾ। ਉਹ ਅਕਾਲੀ ਦਲ ਨਾਲ ਵੀ ਨਾਰਾਜ਼ ਹੈ। ਤੁਹਾਡਾ ਮਤਲਬ ਮੁੱਖ ਮੰਤਰੀ ਦਾ ਫਿਰ ਮਕਸਦ ਕੀ ਹੋਇਆ ਜੀ? ਜਿਹੜੀ ਵੋਟ ਸੰਬੰਧਿਤ ਅੰਮ੍ਰਿਤਪਾਲ ਦੇ ਨੈਰੇਟਿਵ ਨਾਲ ਹੈ ਉਹ ਤਾਂ ਅਕਾਲੀ ਦਲ ਨੂੰ ਪੈਂਦੀ ਹੀ ਨਹੀਂ। ਉਹ ਇਤਿਹਾਸ ਹੈ। ਜਿਹੜੀ ਰੈਡੀਕਲ ਸਟਰੀਮ ਦੀ ਵੋਟ ਹੈਗੀ ਹੈ ਸਿੱਖਾਂ ਦੀ, ਉਹ ਅਕਾਲੀ ਦਲ ਨੂੰ ਨਹੀਂ ਪੈਂਦੀ ਜਾਂ ਤਾਂ ਪੈਂਦੀ ਨਹੀਂ। ਜਾਂ ਇੱਥੇ ਹੁਣ ਸਿਮਰਜੀਤ ਮਾਨ ਦਾ ਕੈਂਡੀਡੇਟ ਖੜਾ, ਉਹ ਵੋਟ ਉਧਰ ਸ਼ਿਫਟ ਕਰ ਜਾਏਗੀ, ਉਹ ਅਕਾਲੀ ਦਲ ਵੱਲ ਨਹੀਂ ਜਾਂਦੀ। ਲਗਾਤਾਰ ਫਿਨਾਮਨਾ ਹੋਇਆ, ਇਹਦਾ ਸਾਰੀ ਐਵੀਡੈਂਸ ਲਗਾਤਾਰ ਹੈਗੀ। ਰਾਦਰ ਜਦੋਂ ਇਹਨਾਂ ਦਾ ਕੈਂਡੀਡੇਟ ਖੜਾ ਹੁੰਦਾ ਸੀ ਉਹਦਾ ਫਾਇਦਾ ਅਕਾਲੀ ਦਲ ਨੂੰ ਹੀ ਹੁੰਦਾ ਸੀ, ਨਹੀਂ ਤਾਂ ਉਹ ਵੋਟ ਜਾਂ ਤਾਂ ਘਰ ਬਹਿ ਜਾਂਦੀ ਸੀ ਜਾਂ ਕਾਂਗਰਸ ਨੂੰ ਪੈ ਜਾਂਦੀ ਸੀ। ਉਹ ਫਿਰ ਸਾਰਥਿਕਤਾ ਕੀ ਹੈ ਮੁੱਖ ਮੰਤਰੀ ਦੇ ਇਸ ਸਟੇਟਮੈਂਟ ਦੀ? ਸਾਰਥਿਕਤਾ ਕੀ ਹੈ? ਪ੍ਰੀਕਾਸ਼ਨ ਲੈ ਰਹੇ ਹੈ ਕਿ ਕਿਤੇ ਇਹ ਜਿਹੜੀ ਸਿੱਖ ਵੋਟ ਹੈ ਉਹਨਾਂ ਦੀ ਆਪਣੀ ਪਰਸੈਪਸ਼ਨ ਹੈ ਕਿ ਕਿਤੇ ਟਿਲਟ ਉਧਰ ਨਾ ਕਰ ਜਾਏ। ਪ੍ਰੀਕਾਸ਼ਨ ਡੂੰਘੇ ਮਤਲਬ ਕੋਈ ਨਹੀਂ, ਡੂੰਘੇ ਮਤਲਬ ਮੇਰੇ ਖਿਆਲ ਦੇ ਵਿੱਚ ਕੋਈ ਨਹੀਂ ਗੇ। ਇੱਕ ਪੋਲੀਟੀਕਲ ਸਟੇਟਮੈਂਟ ਹੈ। ਇਹ ਪਹਿਲਾਂ ਵੀ ਇੱਕ ਸਟੇਜ ਤੇ ਨੈਰੇਟਿਵ ਚੱਲਦਾ ਰਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਪੋਲਿਟਿਕਸ ਦੇ ਵਿੱਚ ਨਹੀਂ ਪੈਣਾ ਚਾਹੀਦਾ। ਲੇਕਿਨ ਸੱਚਾਈ ਤਾਂ ਇਹ ਹੈ ਕਿ ਜਿਹੜੀ ਪਾਰਟੀ ਜਿੱਤੇਗੀ ਉਹ ਆਪਣੇ ਐਸਜੀਪੀਸੀ ਦਾ ਪ੍ਰਧਾਨ ਬਣਾਏਗੀ। ਜਿਹੜੀ ਪਾਰਟੀ ਸਟੇਟ ਦੇ ਵਿੱਚ ਜਿੱਤਦੀ ਅਸੈਂਬਲੀ ਇਲੈਕਸ਼ਨ ਉਹ ਆਪਣਾ ਸੀਐਮ ਬਣਾਉਂਦੀ, ਪਾਰਟੀ ਬਣਾਉਂਦੀ ਹੈ। ਉਹੀ ਸਿਸਟਮ ਐਸਜੀਪੀਸੀ ਦਾ ਹੈ। ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ। ਜੇ ਅਕਾਲੀ ਦਲ ਜਿੱਤਦਾ ਹੈ ਤਾਂ ਉਹੀ ਆਪਣਾ ਪ੍ਰਧਾਨ ਬਣਾਏਗਾ ਨਾ। ਜਿਹੜਾ ਕਹਿੰਦੇ ਵੀ ਜੇਬ ਤੋਂ ਕੱਢਿਆ, ਜੇਬ ਚੋਂ ਪ੍ਰਾਈਮ ਮਿਨਿਸਟਰ ਕਿਹਦੀ ਜੇਬ ਤੋਂ ਨਿਕਲਦਾ ਹੈ? ਪਾਰਟੀ ਦੀ ਜੇਬ ਤੋਂ ਜਿਹੜੀ ਪਾਰਟੀ ਜਿੱਤਦੀ ਉਹ ਪਾਰਟੀ ਬਣਾਉਂਦੀ ਹੈ। ਸੀਐਮ ਜਿਹੜੀ ਪਾਰਟੀ ਜਿੱਤਦੀ ਉਹ ਬਣਾਉਂਦੀ ਹੈ। ਐਸਜੀਪੀਸੀ ਸੰਵਿਧਾਨਕ ਸੰਸਥਾ ਹੈ। ਜਿਹੜੀ ਪਾਰਟੀ ਜਿੱਤੇਗੀ ਉਹ ਆਪਣਾ ਪ੍ਰਧਾਨ ਬਣਾਏਗੀ। ਸੋ ਉਹ ਸਿਸਟਮ ਬੜਾ ਕਲੀਅਰ ਹੈ। ਹਾਂ, ਪ੍ਰਧਾਨ ਬਣ ਕੇ ਕੀ ਉਹ ਪ੍ਰਧਾਨ ਆਪਣੇ ਲਾਈਨ ਤੋਂ ਕਰਦਾ, ਇੰਡੀਪੈਂਡੈਂਟ ਫੰਕਸ਼ਨਿੰਗ ਕਰਦਾ। ਟੌੜਾ ਸਾਹਿਬ ਇੰਡੀਪੈਂਡੈਂਟ ਚੱਲਦੇ ਰਹੇ, ਕਦੇ ਕਿਸੇ ਨੇ ਦਖਲ ਨਹੀਂ ਸੀ ਦਿੱਤਾ। ਟੌੜਾ ਸਾਹਿਬ ਤੱਕ ਕਦੇ ਕਿਸੇ ਨੇ ਐਸਜੀਪੀਸੀ ਦੇ ਅਫੇਅਰ 'ਚ ਕਿਸੇ ਅਕਾਲੀ ਦਲ ਦੇ ਪ੍ਰਧਾਨ ਨੇ ਦਖਲ ਨਹੀਂ ਸੀ ਦਿੱਤਾ। ਇਹ ਫਨਾਮਨਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਸੋ ਇਹ ਨਵਾਂ ਅਰੇਂਜਮੈਂਟ ਸੀਗਾ, ਇਹ ਵੱਖਰਾ ਹੈ। ਲੇਕਿਨ ਜਿਹੜੀ ਵੋਟ ਸ਼ਿਫਟ ਕਰਨ ਦੀ ਗੱਲ ਹੈਗੀ ਹੈ ਉਹ ਮੇਰੇ ਖਿਆਲ ਦੇ ਵਿੱਚ ਉਹ ਬਹੁਤੀ ਅਕਾਲੀ ਦਲ ਵੱਲ ਨਹੀਂ ਜਾ ਸਕਦੀ। ਸਰਦਾਰ ਹਮੀਰ ਸਿੰਘ ਜੀ, ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ
ਇਹ ਵੈਸੇ ਤਾਂ ਧਾਰਨਾ ਹੀ ਆ, ਉਹਦੇ ਅੱਗੇ ਪਿੱਛੇ ਕੁਝ ਵੀ ਨਹੀਂਗਾ ਕਿ ਜੇ ਜਦੋਂ ਮੁੱਖ ਮੰਤਰੀ ਹੁੰਦਾ ਉਹ ਕਿਸੇ ਪਾਰਟੀ ਵੱਲੋਂ ਚੁਣਿਆ ਜਾਂਦਾ, ਪਰ ਉਹ ਜਦੋਂ ਸਹੁੰ ਚੁੱਕ ਲੈਂਦਾ ਉਹ ਸਟੇਟ ਦਾ ਮੁੱਖ ਮੰਤਰੀ ਹੁੰਦਾ, ਫਿਰ ਉਹਨੇ ਸਾਰਿਆਂ ਨੂੰ ਇਨਸਾਫ ਦੇਣਾ ਤੇ ਸਾਰੀ ਸਟੇਟ ਦੇ ਕੰਮ ਕਰਨੇ ਆ। ਦੂਜਾ ਮਾਮਲਾ ਇਹ ਸਪੀਕਰ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਕਿ ਸਪੀਕਰ ਪਾਰਟੀ ਬਹੁਮਤ ਵਾਲੀ ਚੋਂ ਭਾਵੇਂ ਆਉਂਦਾ ਹੈ ਪਰ ਉਹ ਸਾਰਿਆਂ ਦਾ ਹੁੰਦਾ ਜੀ। ਤੀਜਾ ਮਾਮਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਦੋਂ ਤੱਕ ਪ੍ਰਧਾਨ ਨਹੀਂ ਬਣਦਾ ਉਦੋਂ ਤੱਕ ਉਹ ਪਾਰਟੀ ਦਾ, ਉਸ ਤੋਂ ਬਾਅਦ ਉਹ ਸਾਰੇ ਸਿੱਖਾਂ ਜਾਂ ਸਿੱਖ ਕੌਮ ਦੀ ਨੁਮਾਇੰਦਗੀ ਕਰਦਾ ਹੈ। ਸੋ ਇਹ ਸਾਰੇ ਮਾਮਲੇ ਤਾਂ ਇਵੇਂ ਦੇਖੇ ਜਾਣੇ ਚਾਹੀਦੇ ਆ, ਪਰ ਹੁੰਦਾ ਬਿਲਕੁਲ ਦੂਜਾ ਐਂਗਲ ਆ। ਪਰ ਜਿਹੜੀ ਇਹ ਅੱਜ ਜਿਹੜੀ ਚੂਜ਼ ਕੀਤੀ ਜਾਂਦੀ ਲਾਈਨ ਚੁਣੀ ਜਾਂਦੀ ਆ ਕਿ ਕੋਈ ਹਮਲਾ ਇਸ ਤਰ੍ਹਾਂ ਕਰਨਾ, ਜਿਹੜੇ ਰਣਨੀਤਿਕ ਨੇ ਮੁੱਖ ਮੰਤਰੀ ਸਾਹਿਬ ਆਪ ਇਸ ਤਰ੍ਹਾਂ ਨਹੀਂ ਕਰਦੇ, ਮੈਨੂੰ ਪਤਾ ਹੈ। ਇਹ ਰਣਨੀਤਿਕ ਨਜ਼ਰੀਆ ਕੀ ਆ, ਕੋਈ ਡੂੰਘਾ ਵੀ ਹੈ ਇਹਦੇ ਵਿੱਚ ਕੁਝ, ਜਾਂ ਬਹੁਤ ਸਤਹੀ ਲੈਵਲ ਤੇ ਮੋਟਾ ਜਿਹਾ ਅੰਦਾਜ਼ਾ ਵੀ ਇਹ ਵੋਟ ਕਿਤੇ ਉਧਰ ਜਾਂਦੀ ਹੋਵੇ ਤੇ ਯਾਦ ਕਰਾ ਦਈਏ ਕਿ ਭਾਈ ਉਹ ਬਹੁਤ ਦੁੱਧ ਧੋਤੇ ਨਹੀਂ ਹੈਗੇ ਤੇ ਇਹ ਐਵੇਂ ਕਿਤੇ ਭਰਮ ਚ ਨਾ ਰਿਓ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੋਲ ਕੋਈ ਥਿੰਕ ਟੈਂਕ ਇਹੋ ਜਿਹਾ ਨਹੀਂ ਆ ਜਿਹੜਾ ਸਿੱਖੀ ਦੇ ਅੰਦਰ ਜਾ ਕੇ ਸਿੱਖੀ ਦੀਆਂ ਪਰੰਪਰਾ ਤੇ ਹਿਸਟਰੀ ਨੂੰ ਛੋੜ ਕੇ ਕੋਈ ਡੂੰਘੀ ਗੱਲ ਕਰਕੇ ਉਹਦੇ ਰਾਹੀਂ ਕੋਈ ਕੱਢਿਆ ਹੋਵੇ। ਕੋਈ ਅਜੇ ਤੱਕ ਕੋਈ ਇਹੋ ਜਿਹਾ ਸਿਸਟਮ ਸਾਹਮਣੇ ਨਹੀਂ ਆਇਆ ਕਿ ਕੋਈ ਗਰੁੱਪ ਦਿਖਾਈ ਦਿੰਦਾ ਹੋਵੇ, ਕਿਸੇ ਨੇ ਕੋਈ ਲਿਖਿਆ ਹੋਵੇ, ਕਿਸੇ ਨੇ ਕੋਈ ਸਾਹਮਣੇ ਬੋਲਿਆ ਹੋਵੇ, ਇਦੋਂ ਪਹਿਲਾਂ ਕੋਈ ਤਰਤੀਬ ਹੋਵੇ ਨਾ ਉਹੀ ਜੀ ਗੱਲ ਉਹਦੇ ਚ ਨਹੀਂ ਲੱਗ ਰਹੀ। ਕਈ ਗੱਲਾਂ ਸਪੌਂਟੇਨੀਅਸ। ਇਹ ਪਾਰਟੀ ਦੀ ਬੁਨਿਆਦ ਜਿਹੜੀ ਹੈ ਨਾ, ਬੁਨਿਆਦ ਪ੍ਰੈਗਮੈਟਿਕ ਪੋਲਿਟਿਕਸ ਦੀ ਹੈ, ਪ੍ਰੈਕਟੀਕਲ ਪੋਲਿਟਿਕਸ ਦੀ ਹੈ। ਇਹਨਾਂ ਕੋਲ ਜਿਹੜਾ ਮੁੱਦਾ ਆਏਗਾ ਉਹਦੇ ਤੇ ਰਿਐਕਟ ਕਰਨਾ ਹੈ। ਕਦੇ ਵੀ ਇਹ ਦੂਜੇ ਮੁੱਦੇ ਤੇ ਰਿਐਕਟ ਕਰਦੇ ਦੇਖੇ ਨੇ ਅਜੇ ਤੱਕ? ਜਦੋਂ ਦੀ ਪਾਰਟੀ ਬਣੀ ਹੈ, ਨੈਸ਼ਨਲ ਲੈਵਲ ਤੇ ਹੋਵੇ ਜਾਂ ਇੱਥੇ ਹੋਵੇ, ਉਹਦੀ ਨੇਚਰ ਹੈ, ਉਹਦਾ ਸੁਭਾਅ ਹੈ ਪਾਰਟੀ ਦਾ। ਮੇਰੇ ਖਿਆਲ ਇਸ ਐਂਗਲ ਦਾ ਬਹੁਤ ਗਹਿਰਾਈ ਚ ਜਾ ਕੇ ਸੋਚਣਾ, ਥਾਟ ਪ੍ਰੋਸੈਸ ਨੂੰ ਅੱਗੇ ਲਿਆਉਣਾ ਇਹ ਹੈ ਨਹੀਂ, ਲੱਗਦਾ ਨਹੀਂ। ਕੱਲ ਨੂੰ ਕੋਈ ਨਿਕਲ ਆਵੇ ਕਿਤੋਂ ਹੋਰ ਤਾਂ ਲੱਗ ਗਿਆ ਤਾਂ ਇੱਕ ਚੰਗੀ ਗੱਲ ਹੁੰਦੀ ਹੈ, ਪਾਰਟੀ ਸੋਚਣ ਲੱਗ ਜੂਗੀ। ਫਿਰ ਬਹੁਤ ਗੰਭੀਰ ਮੁੱਦਿਆਂ ਤੇ ਇੱਕ ਗਹਿਰਾਈ ਨਾਲ ਸੋਚਣ ਲੱਗ ਜੇ ਤਾਂ ਸ਼ਾਇਦ ਕੋਈ ਅਸਰ ਵੀ ਪਵੇ ਉਸ ਪੱਧਰ ਦੇ ਉੱਤੇ। ਔਰ ਜਿਹੜੀਆਂ ਗਰੰਟੀ ਸਿਸਟਮ ਹੈ, ਜਿਹੜੇ ਨਾਅਰੇਬਾਜ਼ੀ ਹੈ, ਜਿਹੋ ਜਿਹੇ ਸਲੋਗਨ ਨੇ, ਉਹ ਨਹੀਂ ਕੋਈ ਬਹੁਤ ਗਹਿਰ ਗੰਭੀਰ ਸਿਆਸਤ ਦਾ ਸੰਕੇਤ ਦੇ ਰਹੇ ਕਿਸੇ ਵੀ ਰੂਪ ਦੇ ਵਿੱਚ। ਮੈਂ ਤਾਂ ਸਾਰੀਆਂ ਪਾਰਟੀਆਂ ਹੁਣ ਉਵੇਂ ਹੀ ਹੋ ਗਈਆਂ, ਕੋਈ ਬਾਕੀ ਪਾਰਟੀਆਂ ਕਿਹੜਾ ਕੋਈ ਬਹੁਤ ਜ਼ਿਆਦਾ ਆਪਣੇ ਕਿਸੇ ਫਿਲਾਸਫੀ ਤੋਂ, ਆਪਣੀ ਕਿਸੇ ਆਈਡੀਓਲੋਜੀ ਤੋਂ ਚੱਲ ਕੇ ਕੋਈ ਲੋਕਾਂ ਸਾਹਮਣੇ ਕੋਈ ਚੀਜ਼ ਰੱਖ ਰਹੀਆਂ ਨੇ। ਪਰ ਇਵੇਂ ਓਪਨਲੀ ਕਿਹਾ ਕਿ ਆ ਜਾਓ ਮੇਰੇ ਮਗਰ, ਆਪਾਂ ਐਵੇਂ ਹੀ ਆ, ਇਹੋ ਜਿਹੇ ਤੁਸੀਂ ਕਰਿਆ ਕਰੋ, ਬਾਅਦ ਇਹੋ ਜਿਹੇ ਆਪਾਂ ਕਰਦੇ ਆ। ਤੇ ਮੇਰੇ ਖਿਆਲ ਬਾਕੀ ਲੱਗ ਵੀ ਗਏ ਨੇ ਕਾਫੀ ਹੱਦ ਤੱਕ ਇਸ ਲਈ। ਕੋਈ ਬਹੁਤ ਗਹਿਰਾਈ ਵਾਲਾ ਸਵਾਲ ਨਹੀਂ। ਬਹੁਤ ਗਹਿਰਾਈ ਉੱਥੇ ਹੀ ਆ ਸਕਦੀ ਹੈ ਜਿੱਥੇ ਆਪਾਂ ਪਹਿਲਾਂ ਗੱਲ ਕੀਤੀ ਕੀ ਜਾਏਗੀ, ਕਿ ਜੇ ਥੋੜਾ ਬਹੁਤ ਸਿਲਸਿਲਾ ਪੋਲੀਟੀਕਲੀ ਵੀ ਮੇਨਟੇਨ ਕਰਨਾ ਤਾਂ ਸਟੇਟ ਦੇ ਵਿੱਚ 92 ਬੰਦੇ ਨੇ, ਅਸੈਂਬਲੀ ਚ ਵੇਲ ਲਿਆ ਕੇ ਤਾਂ ਕੁਝ ਵੀ ਕਰਾਇਆ ਜਾ ਸਕਦਾ। ਮੈਜੋਰਟੀ ਤਾਂ ਇਹੋ ਜਿਹਾ ਹੈ ਹੀ ਨਹੀਂ, ਕੋਈ ਇੱਕ ਅੱਧਾ ਕਹਿਣ ਜੋਗਾ ਵੀ ਜਿਹੜਾ ਕਹੇ ਵੀ ਨਹੀਂ ਜੇ ਠੀਕ ਨਹੀਂ, ਇਹ ਫਲਾਨਾ ਨਹੀਂ। ਅੱਜ ਕੱਲ੍ਹ ਮੋਹਰ ਲਾਉਣ ਵਾਲੇ ਬੰਦੇ ਹੁੰਦੇ ਨੇ, ਮੈਜੋਰਟੀ ਨਾਲ ਜਿਹੜਾ ਮਰਜ਼ੀ ਕਾਨੂੰਨ ਪਾਸ ਕਰਾ ਲਓ, ਬਾਅਦ ਚ ਚੱਲਦਾ ਰਹੂਗਾ। ਉਹ ਵੀ ਸ਼ਾਇਦ ਕੋਰਟ ਚ ਜਾਵੇ, ਕੋਰਟ ਤੋਂ ਹੌਲੀ ਹੌਲੀ ਇੱਧਰ ਆਵੇ। ਵੈਸੇ ਤਾਂ ਜੇ ਦੇਖਿਆ ਜਾਵੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਹੈ ਬਹੁਤ ਦੇਰ ਦੀ ਪੈਂਡਿੰਗ ਹੈ, ਔਰ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਦੋਂ ਦੇ ਚੁਣੇ ਹੋਏ ਸੀ ਇਹ ਕੰਟੀਨਿਊ ਕਰ ਰਹੇ ਨੇ। ਉਹ ਇਹ ਵੀ ਕਹਿੰਦੇ ਨੇ ਵੀ ਜਦੋਂ ਹੁਣ ਉਹ ਹਰਿਆਣੇ ਵਾਲਾ ਮੁੱਦਾ ਹੋਰ ਤਰ੍ਹਾਂ ਨਿਬੜ ਗਿਆ, ਇਹਦਾ ਮਤਲਬ ਇਹ ਚੋਣ ਹੋਣੀ ਚਾਹੀਦੀ ਸੀ। ਇਹ ਚੋਣ ਦਾ ਵੀ ਕੋਈ ਮਤਲਬ ਨਹੀਂ। ਨਵੇਂ ਸਿਰੋਂ ਚੋਣ ਹੋਵੇ, ਨਵੇਂ ਸਿਰੋਂ ਚੋਣ ਹੋ ਕੇ ਨਵੇਂ ਜਿਹੜੇ ਵੀ ਨੁਮਾਇੰਦੇ ਆਉਣਗੇ ਉਹਨਾਂ ਨੂੰ ਲੀਗਲ ਤੇ ਲੈਜੀਟੀਮੇਟ ਹੱਕ, ਉਹ ਜਿਹਾ ਅਖਲਾਕੀ ਹੱਕ ਜ਼ਿਆਦਾ ਹੋਏਗਾ ਕਿਸੇ ਵੀ ਰੂਪ ਚ। ਜੀ, ਇਹ ਬੜਾ ਅਹਿਮ ਪਹਿਲੂ ਆ ਤੁਸੀਂ ਜਿਹੜਾ ਉਠਾਇਆ ਕਿ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦੀ ਜੇ ਨਵੇਂ ਐਕਟ ਦੇ ਰੂਪ ਚ ਸਟੇਟ ਸਥਾਪਨਾ ਕਰਨਾ ਚਾਹਵੇ ਤੇ ਉਹਦੇ ਕੋਲ ਹੱਕ ਹਕੂਕ ਹੈਗੇ ਆ, ਜਿਵੇਂ ਹਰਿਆਣੇ ਚ ਕੋਈ ਰੋਕ ਨਹੀਂ ਸਕਿਆ, ਤੇ ਇਸ ਮਾਮਲੇ ਚ ਵੀ ਇਹ ਅੱਗੇ ਗੱਲ ਵੱਧ ਸਕਦੀ ਆ। ਪਰ ਅਜੇ ਤੱਕ ਕਿਹੜੀ ਧਿਰ ਇਲੈਕਸ਼ਨ ਇਹੋ ਜਿਹੀ ਲੜ ਸਕੇ ਸ਼੍ਰੋਮਣੀ ਕਮੇਟੀ ਦੀ? ਇਸ ਸਟੇਟ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਨੇ, ਅਜੇ ਤੱਕ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰਨ ਚ ਸਮਰਥ ਰਹੀ ਹੈ। ਸਰਦਾਰ ਜਗਤਾਰ ਸਿੰਘ ਜੀ, ਅਗਲਾ ਮੁੱਦਾ ਮੈਂ ਤੁਹਾਡੇ ਨਾਲ ਅੱਗੇ ਜਾਣਾ ਚਾਹੂੰਗਾ ਕਿ ਜਦੋਂ ਅਕਾਲੀ ਦਲ 3-4 ਦਿਨ ਤੋਂ ਗੱਠਜੋੜ, ਨਵੇਂ ਗੱਠਜੋੜ, ਪੁਰਾਣੇ ਗੱਠਜੋੜ ਨੂੰ ਨਵਿਆਉਣ ਦੀ ਗੱਲ ਦੇ ਅੱਗੇ ਉਲਝਿਆ ਹੋਇਆ ਸੀਗਾ, ਤੇ ਅੱਜ ਉਹਨਾਂ ਨੇ ਥੋੜੀ ਜਿਹੀ ਧੁੰਦ ਹਟਾਈ ਹੈ। ਵਿਰਸਾ ਸਿੰਘ ਵਲਟੋਆ ਤੇ ਇੱਕ ਬਸਪਾ ਦੇ ਹੋਰ ਆਗੂ ਨੇ ਪ੍ਰੈਸ ਕਾਨਫਰੰਸ ਜਲੰਧਰ ਦੇ ਵਿੱਚ ਕਰਕੇ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਦਿੱਤਾ ਹੈ ਕਿ ਜਿਵੇਂ ਅਸੀਂ ਨਿਭੇ ਹਾਂ ਬੀਜੇਪੀ ਨਾਲ, ਕੁਝ ਕਾਰਨਾਂ ਕਰਕੇ ਪਿੱਛੇ ਹਟੇ, ਅਦਰਵਾਈਜ਼ ਅਸੀਂ ਪੂਰਾ ਨਿਭੇ ਹਾਂ, ਇਦਾਂ ਹੀ ਅਸੀਂ ਬਸਪਾ ਨਾਲ ਨਿਭਣਾ ਹੈ। ਇਹ ਮੀਡੀਆਈ ਖਬਰਾਂ ਨੇ ਤੇ ਖਬਰਾਂ ਸਿੱਧਤ ਨੇ। ਪ੍ਰਧਾਨ ਮੰਤਰੀ ਦੀ ਸੰਵੇਦਨਾ ਤੇ ਬੀਜੇਪੀ ਆਗੂਆਂ ਦੇ ਜਿਹੜੇ ਸਾਡੇ ਨਾਲ ਉਹਨਾਂ ਪ੍ਰਗਟਾਏ ਆਪਣੇ ਦੁੱਖ ਦੇ ਸਮੇਂ, ਅਫਸੋਸ ਦੇ ਸਮੇਂ, ਉਹ ਉੱਥੋਂ ਆਈਆਂ, ਅਦਰਵਾਈਜ਼ ਇਹਦਾ ਕੋਈ ਆਧਾਰ ਨਹੀਂ। ਹਾਲਾਂਕਿ ਬੀਜੇਪੀ ਤਾਂ 2 ਦਿਨ ਪਹਿਲਾਂ ਹੀ ਕਹਿ ਚੁੱਕੀ ਹੈ, ਪਹਿਲਾਂ ਪੁਰੀ ਕਹਿ ਗਏ, ਫਿਰ ਅਸ਼ਵਨੀ ਸ਼ਰਮਾ ਕਹਿ ਗਏ। ਮੈਨੂੰ ਲੱਗਦਾ ਉਹ ਜ਼ਿਆਦਾ ਕਾਲੇ ਸੀ, ਹਾਲਾਂਕਿ ਲੋੜ ਇਹਨਾਂ ਦੀ ਸੀ। ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾ ਦਿਓ। ਅੱਜ ਅਕਾਲੀ ਦਲ ਨੇ ਗੱਲ ਕਲੀਅਰ ਕੀਤੀ। ਗੱਲ ਇਹ ਹੈ ਕਿ 10 ਮਈ ਨੂੰ ਲੋਕ ਸਭਾ ਬਾਈ ਇਲੈਕਸ਼ਨ ਜਲੰਧਰ ਦੀ ਹੈਗੀ। ਉਸ ਤੋਂ ਪਹਿਲਾਂ ਤਾਂ ਨਾ ਤਾਂ ਅਕਾਲੀ ਦਲ ਫੋਰਡ ਕਰ ਸਕਦਾ ਤੇ ਨਾ ਬੀਜੇਪੀ ਇਹ ਸਿਗਨਲ ਜਾਵੇ ਕਿ ਇਹ ਵਾਪਸ ਆਪਣੀ
ਅਲਾਇੰਸ ਰਿਵਾਈਵ ਕਰ ਸਕਦੇ ਆ। ਇਹ ਦੋਵਾਂ ਵਾਸਤੇ ਇਸ ਸਟੇਜ ਤੇ ਬਹੁਤ ਡੈਮੇਜਿੰਗ ਹੋਏਗੀ। ਨੰਬਰ 2, ਇਹ ਟੋਟਲ ਸਪੈਕੂਲੇਸ਼ਨ ਚੱਲੀ ਹੈ ਕਿ ਬੀਜੇਪੀ ਨਾਲ ਅਕਾਲੀ ਦਲ ਦੀ ਅਲਾਇੰਸ ਰਿਵਾਈਵ ਹੋ ਸਕਦੀ ਹੈ, ਜਿਹਦੀ ਹੁਣ ਤੱਕ ਕਿਸੇ ਕੋਲੇ ਕੋਈ ਕੰਕਰੀਟ ਮਾੜੀ ਮੋਟੀ, ਆਪਾਂ ਜਰਨਲਿਸਟ ਹੈਗੇ ਤੇ ਨੇ, ਕੋਈ ਐਵੀਡੈਂਸ ਨਹੀਂ ਹੈ। ਜਦ ਤੱਕ ਕੋਈ ਇਨਫੋਰਮੇਸ਼ਨ ਬੇਸ ਸਪੈਕੂਲੇਸ਼ਨ ਨਾ ਹੋਵੇ ਉਹਦਾ ਕੋਈ ਮਤਲਬ ਨਹੀਂ ਹੁੰਦਾ। ਤੇ ਬੇਸਿਕ ਇਸ਼ੂ ਤਾਂ ਇਹ ਹੈ ਕਿ ਇਹ ਨਾਲ ਹੋਰ ਹੋ ਗਈ ਜਦੋਂ ਪ੍ਰਾਈਮ ਮਿਨਿਸਟਰ ਨੇ ਆਰਟੀਕਲ ਲਿਖ ਕੇ ਸ਼ਰਧਾਂਜਲੀ ਦਿੱਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਤੇ ਇਹ ਗੱਲ ਫਿਰ ਅੱਗੇ ਹੋਰ ਜ਼ੋਰ ਫੜ ਗਈ ਕਿ ਇਹ ਪੋਸੀਬਿਲਿਟੀ ਹੈਗੀ ਹੈ। ਲੇਕਿਨ ਇਸ ਸਟੇਜ ਤੇ ਇਹ ਦੋਵਾਂ ਪਾਰਟੀਆਂ ਵਾਸਤੇ ਬਹੁਤ ਡੈਮੇਜਿੰਗ ਹੈ। ਇੱਕ ਮੈਂ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਜੀ, ਇੱਥੇ, ਮੈਂ ਸ਼ਾਇਦ ਪਹਿਲਾਂ ਵੀ ਕਦੇ ਕੀਤੀ ਹੋਵੇ, ਕਿ ਜਦੋਂ ਇਹ ਅਲਾਇੰਸ ਟੁੱਟੀ ਹੈ ਕਿਸਾਨੀ ਬਿੱਲਾਂ ਨੂੰ ਲੈ ਕੇ, ਜਿਹੜੇ ਕਿਸਾਨੀ ਬਿੱਲ ਸੀਗੇ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਅਕਾਲੀ ਦਲ ਨੂੰ ਦੀ ਲੀਡਰਸ਼ਿਪ ਨੂੰ ਕੰਸਲਟ ਕਰਕੇ ਫਿਰ ਬਣਾਏ ਸੀ, ਕਿਉਂਕਿ ਪੰਜਾਬ ਸਰਕਾਰ ਦਾ 2013 ਦਾ ਬਿੱਲ ਉਹ ਟੈਂਪਲੇਟ ਆ ਉਹਦਾ, ਜਿਹੜੇ ਬਿੱਲ ਵਾਪਸ ਹੋਏ। ਸੋ ਉਹ ਸਮੱਸਿਆ ਸੀ ਬੇਸਿਕਲੀ। ਇਹਨਾਂ ਨੇ ਸਡਨਲੀ ਜਦੋਂ ਅਲਾਇੰਸ ਬ੍ਰੇਕ ਕਰਤੀ ਤੇ ਜਿਹੜੀ ਉੱਥੋਂ ਇਨਫੋਰਮੇਸ਼ਨ ਦਿੱਲੀ ਤੋਂ ਆਈ ਸੀਗੀ ਕਿ ਉਹ ਬੀਜੇਪੀ ਨੇ ਇਸ ਇਸ਼ੂ ਤੇ ਖਾਸਾ ਸਖਤ ਐਟੀਟਿਊਡ ਅਡਾਪਟ ਕੀਤਾ ਹੈ, ਕਿ ਉਹ ਹੁਣ ਚੇਂਜ ਹੋ ਗਿਆ ਜਾਂ ਨਹੀਂ। ਤੇ ਹੁਣ ਜਿਹੜੀ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਮਾੜੀ ਮੋਟੀ ਆ ਰਹੀ ਹੈ, ਬੀਜੇਪੀ ਹਜੇ ਵੀ ਕੋਸ਼ਿਸ਼ ਕਰ ਰਹੀ ਹੈ ਕਿ ਅਕਾਲੀ ਦਲ ਇੱਕ ਨਵੇਂ ਰੂਪ ਦੇ ਵਿੱਚ ਰਿਵਾਈਵ ਹੋਵੇ। ਕੱਲ ਜਿਹੜਾ ਗੁਰਦੁਆਰਾ ਡਾਕਬਾਰ ਸਾਹਿਬ ਰੀਓਪਨ ਕੀਤਾ ਇਹਨਾਂ ਨੇ, ਇਹ ਕਿਹਾ ਜਾ ਰਿਹਾ ਕਿ ਉਹ ਵੀ ਉਸੇ ਨੈਰੇਟਿਵ ਦਾ ਇੱਕ ਹਿੱਸਾ ਹੈ। ਉਹਨਾਂ ਨੇ ਸ਼ੁਰੂਆਤ ਕੀਤੀ ਹੈ ਸਿੱਖਾਂ ਨੂੰ ਆਪਣੇ ਨਾਲ ਲਾਉਣ ਦੀ। ਇਹ ਕਿੰਨਾ ਕਾਮਯਾਬ ਹੁੰਦੇ ਗੱਲ ਵੱਖਰੀ ਹੈਗੀ ਹੈ, ਲੇਕਿਨ ਇਸ ਸਟੇਜ ਤੇ ਇਹ ਦੋਵਾਂ ਦੇ ਹੱਕ ਦੇ ਵਿੱਚ ਨਹੀਂ ਹੈ ਇਹ ਸਿਗਨਲ ਜਾਵੇ ਕਿ ਇਹ ਅਲਾਇੰਸ ਰਿਵਾਈਵ ਹੋ ਸਕਦੀ ਹੈ। ਇਸ ਮਾਮਲੇ 'ਚ ਦਿੱਲੀ ਦੇ ਇੱਕ ਵੱਡੇ ਸਿੱਖ ਆਗੂ ਨੇ ਜਿਹੜੇ ਬੀਜੇਪੀ ਦੇ ਨਾਲ ਆ, ਉਹਨਾਂ ਨੇ ਇਹਦੇ ਉੱਤੇ ਜ਼ਰੂਰ ਜ਼ਿਕਰ ਕੀਤਾ ਕਿ ਅਕਾਲੀ ਦਲ ਬੇਸ਼ੱਕ ਬਚ ਕੇ ਲੰਘਣ ਦੀ ਕੋਸ਼ਿਸ਼ ਇਸ ਮਾਮਲੇ 'ਚੋਂ ਕਰਦਾ ਰਿਹਾ ਹੋਵੇ, ਲੇਕਿਨ ਇਸ ਮੌਕੇ ਤੇ ਪ੍ਰਧਾਨ ਮੰਤਰੀ ਔਰ ਬੀਜੇਪੀ ਦੀ ਲੀਡਰਸ਼ਿਪ ਨੇ ਬਾਦਲ ਸਾਹਿਬ ਨਾਲ ਜੁੜੀ ਲੋਕ ਮਨ ਦੀ ਭਾਵਨਾ ਨੂੰ ਆਪਣੇ ਵੱਲ ਪ੍ਰੇਰਿਤ ਕਰਨ ਦਾ ਯਤਨ ਜ਼ਰੂਰ ਕਰ ਲਿਆ। ਉਹ ਬਾਦਲ ਦੀ ਵਿਰਾਸਤ ਨੂੰ ਆਪਣੇ ਨਾਲ ਤੋਰਨ 'ਚ ਸਫਲ ਹੁੰਦੇ ਆ ਕਿ ਨਹੀਂ ਹੁੰਦੇ, ਅਟੈਂਪਟ ਲੋਕ ਮਨਾਂ ਤੇ ਅਸਰ ਛੱਡਣ ਦੀ ਪੂਰੀ ਹੋਈ ਆ। ਇਹਦਾ ਕਿੰਨਾ ਅਸਰ ਹੁੰਦਾ ਇਹ ਤਾਂ ਕੱਲ ਨੂੰ ਦੇਖਿਆ ਜਾਊਗਾ। ਪਰ ਸਰਦਾਰ ਹਮੀਰ ਸਿੰਘ ਜੀ, ਜਦੋਂ ਅਕਾਲੀ ਦਲ ਔਰ ਬੀਜੇਪੀ ਦੇ ਗੱਠਜੋੜ ਦਾ ਜ਼ਿਕਰ ਛਿੜ ਰਿਹਾ ਹੋਵੇ, ਮੰਨ ਲਓ ਹੁਣ ਨਹੀਂ ਵਾਰਾ ਖਾਂਦਾ ਜਲੰਧਰ ਦੀ ਉਪ ਚੋਣ ਤੱਕ, ਪਰ ਜੇ ਉਸ ਤੋਂ ਬਾਅਦ ਸੰਭਾਵਨਾਵਾਂ ਵੀ ਦੇਖੀਆਂ ਜਾਣ ਤੇ ਬੀਜੇਪੀ ਤਾਂ ਜੋ ਕਰ ਰਹੀ ਆ ਉਹ ਬਿਲਕੁਲ ਉਹਦੇ ਉਲਟ ਕਰ ਰਹੀ ਹੈ। ਜੇ ਲੁਧਿਆਣੇ ਦੇ ਵਿੱਚ ਬੈਂਸ ਬ੍ਰਦਰਸ ਤੋਂ ਸਮਰਥਨ ਲੈਣ ਦੀ ਗੱਲ ਹੈ, ਇਹਦਾ ਮਤਲਬ ਜੇ ਕੱਲ ਨੂੰ ਉਹਨਾਂ ਦੀ ਤਰਜੀਹ ਹੋਊਗੀ ਤੇ ਉਹ ਲੁਧਿਆਣੇ 'ਚ ਬੈਂਸ ਬ੍ਰਦਰ ਜ਼ਰੂਰ ਹੋਣਗੇ। ਹਾਲਾਂਕਿ ਉਹਨਾਂ ਦੇ ਉੱਤੇ ਕੇਸ ਨੇ, ਪੰਗੇ ਹੋਰ ਵੀ ਨੇ, ਤੇ ਜੇਕਰ ਉਹ ਸਮਾਨ ਅੰਤਰ ਅਕਾਲੀ ਵਿਚਾਰ ਜਾਂ ਅਕਾਲੀ ਚਿਹਰੇ ਮੋਰੇ ਵਾਲੇ ਬੰਦਿਆਂ ਨੂੰ ਨਾਲ ਲਈ ਜਾ ਰਹੇ ਆ ਤੇ ਉਹ ਖੱਪੇ ਤੋਂ ਭਰਦੇ ਜਾ ਰਹੇ ਆ, ਫਿਰ ਜਿਹੜੀ 50-50 ਦੇ ਵਿੱਚ ਵੀ ਗੱਠਜੋੜ ਹੋਣ ਦੀ ਸੰਭਾਵਨਾ ਉਹ ਵੀ ਮੁੱਕ ਗਈ। ਫਿਰ ਤਾਂ ਉਹ ਕਾਫੀ ਵੱਡੀ ਸੈਗਮੈਂਟ ਦੇ ਵਿੱਚ, ਵੱਡੇ ਹਿੱਸੇ ਦੇ ਵਿੱਚ ਬੀਜੇਪੀ ਆਉਣਾ ਚਾਹੂਗੀ। ਅਕਾਲੀ ਦਲ ਨੂੰ ਤਾਂ ਫਿਰ ਰਹਿੰਦ ਖੂੰਦ ਮਿਲੂਗੀ, ਫਿਰ ਅਕਾਲੀ ਦਲ ਦਾ ਸਰੋਤ ਕੀ। ਪਰ ਇਹ ਕਨਫਿਊਜ਼ਨ ਜੇ ਰਹਿੰਦੀ ਆ ਤੇ ਅਕਾਲੀ ਦਲ ਇਸ ਦੁਬਿਧਾ 'ਚ ਰਹਿੰਦਾ ਕਿ ਸ਼ਾਇਦ ਹੋ ਜੇ, ਸ਼ਾਇਦ ਹੋ ਜੇ। ਤੇ ਮੇਰਾ ਖਿਆਲ ਇਹਦੇ ਲਈ ਸਭ ਤੋਂ ਵੱਡਾ ਨੁਕਸਾਨ ਵੀ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੂੰ ਝੱਲਣਾ ਪੈ ਸਕਦਾ। ਕਾਫੀ ਤੁਹਾਨੂੰ ਲੱਗਦਾ ਦੂਰ ਦੀ ਕੌਡੀ ਹੋਈ ਜਾ ਰਿਹਾ ਇਹ ਗੱਠਜੋੜ? ਦੇਖੋ, ਮੈਨੂੰ ਇਹ ਲੱਗਦਾ ਕਿ ਜਿਹੜਾ ਪਿਛੋਕੜ ਹੈ ਕਿਸੇ ਵੀ ਪਾਰਟੀ ਦਾ, ਖਾਸ ਤੌਰ ਤੇ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ, ਬੀਜੇਪੀ ਹੁਣ ਕਿਉਂਕਿ ਕਾਫੀ ਦੇਰ ਤੋਂ ਮੇਨ ਸਿੰਗਲ ਲਾਰਜੈਸਟ ਵੱਡੀ ਪਾਰਟੀ ਕੰਟਰੀ 'ਚ, ਇਦੋਂ ਪਹਿਲਾਂ ਕਾਂਗਰਸ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਸੀ, ਅਲਾਇੰਸਜ ਦੇ ਵਿੱਚ ਵੀ ਹਰ ਛੋਟੇ ਗਰੁੱਪ ਨੂੰ ਕਮਜ਼ੋਰ ਕਰਨ ਦੇ ਵੀ ਇੱਕ ਅੰਦਰ ਖਾਤੇ ਉਹ ਚੱਲਦੀ ਰਹਿੰਦੀ ਹੈ। ਜਿੰਨਾ ਮਰਜ਼ੀ ਕਹਿਣ ਕਿ ਸਾਡਾ ਤਾਂ ਪਵਿੱਤਰ ਹੈ, ਪਤੀ ਪਤਨੀ ਦਾ ਇਹ ਫਲਾਨਾ ਹੈ, ਜੋ ਮਰਜ਼ੀ ਕਹੋ। ਔਰ ਸ਼ਿਵ ਸੈਨਾ ਤਾਂ ਨਾਲ ਤਾਂ ਆਈਡੀਓਲੋਜੀ ਵੀ ਇਹਨਾਂ ਦੀ ਇੱਕੋ ਹੀ ਸੀ, ਲਗਭਗ ਹਿੰਦੂ ਤਾਂ ਵੀ ਆਈਡੀਓਲੋਜੀ ਹੈ, ਆਈਡੀਓਲੋਜੀ ਤੇ ਕੋਈ ਫਰਕ ਨਹੀਂ ਸੀ। ਸ਼ਿਵ ਸੈਨਾ ਵੱਡੀ ਪਾਰਟੀ ਸੀ, ਬੀਜੇਪੀ ਮਾਈਨਰ ਪਾਰਟੀ ਸੀ ਉੱਥੇ ਮਹਾਰਾਸ਼ਟਰ ਦੇ ਵਿੱਚ। ਹੌਲੀ ਹੌਲੀ ਉਦੋਂ ਵੋਟਾਂ ਜ਼ਿਆਦਾ ਲਿਜਾ ਕੇ ਇੱਕ ਪ੍ਰੋਸੈਸ ਚਲਾਇਆ, ਉਹਨਾਂ ਦੇ ਬੰਦੇ ਵੀ ਇੱਧਰੋਂ ਉੱਧਰੋਂ ਵੀ ਲਏ, ਪਰ ਉਹਨਾਂ 'ਚ ਤਾਂ ਇੱਕ ਗੱਲ ਸੀ, ਉਹਨਾਂ ਨੇ ਤੋੜ ਪਛੋੜਾ ਕਰਕੇ ਬਾਕੀਆਂ ਨਾਲ ਕਰ ਲਿਆ, ਐਨਸੀਪੀ ਨਾਲ ਤੇ ਬਾਕੀਆਂ ਨਾਲ, ਫਿਰ ਵੀ ਤੋੜੀ ਪਾਰਟੀ ਦੁਬਾਰਾ, ਸ਼ਿਵ ਸੈਨਾ ਵੀ ਤੋੜੀ, ਤੁਹਾਡੇ ਸਾਹਮਣੇ ਹੈ। ਫਿਰ ਨਿਤੀਸ਼ ਕੁਮਾਰ ਦੀ ਪਾਰਟੀ ਸਿੰਗਲ ਲਾਰਜੈਸਟ ਵੱਡੀ ਬਣਦੀ ਰਹੀ, ਪਹਿਲਾਂ ਵੀ ਉਹ ਚੀਫ ਮਿਨਿਸਟਰ ਨਾਨ ਬੀਜੇਪੀ ਦੇ ਤੌਰ ਤੇ ਵੀ ਬਣਦੇ ਰਹੇ, ਪਰ ਪਿਛਲੀ ਚੋਣ ਤੱਕ ਆ ਕੇ ਜਿਹੜੀ ਪਾਸਵਾਨ ਦੀ ਪਾਰਟੀ ਸੀ
ਪਾਸਵਾਨ ਦੇ ਡੈਥ ਤੋਂ ਬਾਅਦ ਚਿਰਾਗ ਪਾਸਵਾਨ ਉਹਦਾ ਜਿਹੜਾ ਬੇਟਾ ਹੈ, ਜਨ ਸ਼ਕਤੀ ਪਾਰਟੀ, ਉਹਦੇ ਨਤੀਸ਼ ਕੁਮਾਰ ਦੇ ਬੰਦਿਆਂ ਦੇ ਖਿਲਾਫ ਸਾਰੇ ਕਿਤੇ ਬੰਦੇ ਖੜੇ, ਬੀਜੇਪੀ ਦੇ ਖਿਲਾਫ ਕੋਈ ਨਹੀਂ ਖੜੇ। ਅਤੇ ਨਤੀਸ਼ ਕੁਮਾਰ ਦੀ ਪਾਰਟੀ ਛੋਟੀ ਪਾਰਟੀ ਹੈ। ਚੀਫ ਮਿਨਿਸਟਰ ਚ ਇਹ ਬਣਾਇਆ ਕਿ ਅਸੀਂ ਜੀ ਧਰਮ ਉਹ ਦੇਖੋ ਜੀ ਤੁਹਾਨੂੰ ਹੀ ਬਣਾ ਰਿਹਾ, ਤੁਹਾਨੂੰ ਹੀ ਬਣਾ ਰਿਹਾ। ਪਰ ਨਤੀਸ਼ ਕੁਮਾਰ ਨੂੰ ਪਤਾ ਲੱਗ ਗਿਆ ਚੱਲ ਕੇ ਉਧਰ ਉਹਨਾਂ ਨੇ ਦੁਬਾਰਾ ਆਪਣੇ ਵਿਰੋਧੀ ਲਾਲੂ ਪ੍ਰਸਾਦ ਦੀ ਪਾਰਟੀ ਜਿਹੜੀ ਆ ਉੱਥੇ ਫੇਰ ਜਾ ਕੇ ਗੱਠਜੋੜ ਕਰ ਲਿਆ। ਇਸ ਲਈ ਸਿਆਸਤ ਦੇ ਵਿੱਚ ਕੋਈ ਬਹੁਤ ਪਵਿੱਤਰ ਗੱਠਜੋੜ ਨੇ, ਕੋਈ ਬਹੁਤ ਜ਼ਿਆਦਾ ਸਾਡਾ ਬਿਲਕੁਲ ਹੀ ਇਸ ਲੈਵਲ ਦਾ ਚੱਲਦਾ ਹੈ, ਇਹ ਸੰਭਵ ਨਹੀਂ। ਜਿਹੜੀ ਜਦੋਂ ਕਦੇ ਬਿਲਕੁਲ ਰੋਲ ਸੱਤਾ ਦੀ ਰਾਜਨੀਤੀ ਰਹੇ ਉਦੋਂ ਤਾਂ ਹੋ ਹੀ ਨਹੀਂ ਸਕਦਾ। ਉਦੋਂ ਐਕਸਪੈਂਸ਼ਨਿਸਟ ਹੁੰਦੀਆਂ ਨੇ ਪਾਰਟੀਆਂ, ਐਕਸਪੈਂਡ ਕਰਨਾ ਚਾਹੁੰਦੀਆਂ ਨੇ, ਕਿਸੇ ਵੀ ਹਾਲਤ ਦੇ ਵਿੱਚ ਆਪਣੇ ਢੰਗ ਨੂੰ ਵਿਸਤਾਰ ਦੇਣਾ ਚਾਹੁੰਦੀਆਂ ਨੇ ਪਾਰਟੀ ਦੀ ਤੌਰ ਤੇ। ਇਹੀ ਅਕਾਲੀ ਦਲ ਵੇਲੇ ਵੀ ਹੈ। ਬੀਜੇਪੀ ਅਕਾਲੀ ਦਲ ਨਾਲ ਵੀ ਹੌਲੀ ਹੌਲੀ ਇਹ ਮਹਿਸੂਸ ਕਰੇਗੀ ਕਿ, ਔਰ ਅਕਾਲੀ ਦਲ ਨੇ ਇਹ ਫੀਲ ਕਰ ਲਿਆ ਸੀਗਾ ਕਿ ਸਾਨੂੰ ਪੰਜਾਬ 'ਚ ਖੁੱਲੀ ਛੁੱਟੀ ਹੈ, ਤੁਹਾਨੂੰ ਕੇਂਦਰ 'ਚ ਖੁੱਲੀ ਛੁੱਟੀ ਹੈ, ਜਿਹਦੇ ਕਰਕੇ ਉਹ ਗੱਠਜੋੜ ਚੱਲਦਾ ਰਿਹਾ। ਨਹੀਂ ਤਾਂ ਉਹ ਗੱਠਜੋੜ ਇੰਨੇ ਸਰ ਨਹੀਂ ਸੀ ਚੱਲਦਾ। ਦੋਨਾਂ ਨੇ ਇੱਕ ਦੂਜੇ ਨੂੰ ਛੂਟ ਦਿੱਤੀ ਕਾਫੀ ਲੰਮਾ ਸਮਾਂ ਦੋਨੋਂ ਮਾਮਲਿਆਂ ਦੇ ਵਿੱਚ। ਇਹੀ ਕਾਰਨ ਸੀ ਕਿ ਬੀਜੇਪੀ ਨੈਸ਼ਨਲ ਲੈਵਲ ਤੇ ਸੈਂਟਰਲਾਈਜ਼ਡ ਇੰਨੇ ਕੰਮ ਕਰਦੀ ਰਹੀ ਤੇ ਅਕਾਲੀ ਦਲ ਖਾਮੋਸ਼ ਰਿਹਾ। ਉਹ ਸਾਰੇ ਕਿਸੇ ਤੇ ਫੈਡਰਲਿਜ਼ਮ ਛੱਡਤਾ ਟੋਟਲੀ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ ਰੋਂਦੇ ਵੀ ਰਹੇ, ਦਿੱਲੀ ਜਾਂਦੇ ਰਹੇ ਬਹੁਤ ਵਾਰ ਇਕੱਠੇ ਹੋ ਕੇ, ਕਦੇ ਮਨੋਰੰਜਨ ਕਾਲੀਆ ਨੂੰ ਡਿਪਟੀ ਸੀਐਮ ਬਣਾਉਣਾ, ਕਦੇ ਫਲਾਨਾ। ਉਹਨਾਂ ਨੇ ਥੋੜੀ ਉਹ ਕਹਿੰਦੇ ਜਾਓ ਇੱਥੇ ਵਾਲਾ ਕੰਮ ਇੱਥੇ ਨਾਲ ਤੇ ਇੱਥੇ ਵਾਲਾ ਕੰਮ ਇੱਥੇ ਨਾਲ। ਇਹਨਾਂ ਦਾ ਇਹ ਸੀ ਪਾਵਰ ਸ਼ੇਅਰਿੰਗ ਦਾ ਜਿਹੜਾ ਕੰਮ। ਪਰ ਹੌਲੀ ਹੌਲੀ ਬੀਜੇਪੀ ਦਾ ਲੋਕਲ ਵਰਕਰ ਤਾਂ ਸ਼ੁਰੂ ਤੋਂ ਹੀ ਇਹ ਡਿਮਾਂਡ ਦਾ ਹੋਊਗਾ ਹੀ ਨਾ ਵੀ ਅਸੀਂ ਕਦੋਂ 23 ਦੇ 23 ਰਹਾਂਗੇ। ਹੁਣ ਜੇ ਰਾਸ਼ਟਰ ਪੱਧਰ ਤੇ ਐਡੀ ਵੱਡੀ ਪਾਰਟੀ ਬਣ ਗਈ, ਹੁਣ ਤਾਂ ਪੰਜਾਬ 'ਚ ਅਸੀਂ ਬਰਾਬਰ ਦੇ ਤਾਂ ਘੱਟੋ ਘੱਟ ਜ਼ਰੂਰ ਹੋਣੇ ਚਾਹੀਦੇ ਆ, ਜੇਕਰ ਵੱਡੀ ਪਾਰਟੀ ਦੇ ਤੌਰ ਤੇ ਨਹੀਂ। ਇਸੇ ਕਰਕੇ ਇਹਨਾਂ ਦਾ ਪ੍ਰੈਸ਼ਰ ਜਿਹੜਾ। ਤੇ ਦੂਜੀ ਗੱਲ ਇਹ ਵੀ ਹੋ ਗਈ ਨਾਲ ਕਿ ਬੀਜੇਪੀ, ਜਿਵੇਂ ਇੱਕ ਅਕਾਲੀ ਦਲ ਨੇ ਇੱਕ ਵਾਰ ਪਿੱਛੇ ਕੀਤਾ ਸੀ 2007 ਦੀਆਂ ਚੋਣਾਂ ਦੇ ਵਿੱਚ, ਜਦੋਂ ਆਪਣਾ ਕਨਸਟੀਟਿਊਸ਼ਨ ਦੇ ਵਿੱਚ ਵੀ ਬਾਕੀ ਕਿ ਆਪ ਇਹਨਾਂ ਨੇ 1 ਦਰਜਨ ਤੋਂ ਵੱਧ ਹਿੰਦੂ ਸੀਟਾਂ ਅਲਾਟ ਕੀਤੀਆਂ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉਦੋਂ ਕਈ ਜਿੱਤ ਵੀ ਗਏ ਸੀ 7-8 ਬੰਦੇ ਲਗਾਤਾਰ। ਉਦੋਂ ਬਾਅਦ ਵਿਡਰਾ ਕੀਤਾ ਇਹਨਾਂ ਨੇ ਥੋੜਾ ਜਿਹਾ ਉਸ ਸਾਰੇ ਚੇਨ ਦੇ ਵਿੱਚੋਂ, ਮਾਮਲੇ ਦੇ ਵਿੱਚੋਂ, ਔਰ ਕਿ ਅਸੀਂ ਸਾਰਿਆਂ ਦੀ ਪਾਰਟੀ ਇਕੱਠੇ ਬਣ ਜਾਈਏ, ਜੇ ਪੰਜਾਬ ਦੀ ਪਾਰਟੀ ਅਕਾਲੀ ਦਲ ਬਣ ਜਾਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤਾਂ ਬੀਜੇਪੀ ਵੀ ਇਹੀ ਕਰਨ ਲੱਗੀ ਕਿ ਸਿੱਖ ਬੰਦੇ ਰਲਾਓ ਕਾਫੀ ਜ਼ਿਆਦਾ, ਤੇ ਆਪਾਂ ਕਿਉਂ ਨਹੀਂ, ਆਪਾਂ ਇਕੱਲੇ ਸ਼ਹਿਰੀ ਬੰਦੇ ਆ ਤੇ ਆਪਾਂ ਇਹ ਸਾਰੇ ਨਾਲ ਰਲਾਓ। ਪਰ ਇੱਕ ਬੁਨਿਆਦੀ ਗੱਲ ਹੈ ਅਸਲ ਦੇ ਵਿੱਚ ਸਾਡੇ ਪੰਜਾਬ ਦੀ ਤੇ ਬਾਕੀ ਸੂਬਿਆਂ ਦੀ। ਪੰਜਾਬ ਇੱਕ ਵਿਲੱਖਣ ਸੂਬਾ ਹੈ। ਕਿਉਂ ਵਿਲੱਖਣ ਸੂਬਾ ਹੈ ਦੂਜਿਆਂ ਨਾਲੋਂ? ਕਿਉਂਕਿ ਇਹਦੀ ਇੱਕ ਹਿਸਟਰੀ ਹੈ, ਇਹਦੀ ਇੱਕ ਫਿਲਾਸਫੀ ਹੈ। ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ। ਉਹਦੀ ਫਿਲਾਸਫੀ ਤੇ ਹਿੰਦੂਤਵ ਦੀ ਫਿਲਾਸਫੀ 'ਚ ਤਾਲਮੇਲ ਕੋਈ ਨਹੀਂ। ਇਹ ਇੰਨੇ ਗਹਿਰੇ ਗ੍ਰਾਸ ਰੂਟਡ ਲੈਵਲ ਤੇ ਅਨਪੜ੍ਹ ਬੰਦੇ ਤੱਕ ਇਹ ਥਾਟ ਪ੍ਰਵੇਲ ਕਰ ਰਿਹਾ ਜ਼ਿੰਦਗੀ ਜਿਉਣ ਦੇ ਤਰੀਕੇ ਤੋਂ ਲੈ ਕੇ ਲਗਾਤਾਰ। ਉਹ ਐਡਾ ਸੌਖਾ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਕਿ ਮੈਸੇਜ ਬੀਜੇਪੀ ਵੱਲ ਸਿੱਖ ਮੈਸੇਜ ਐ ਚਲਾ ਜਾਏਗਾ। ਕੁਝ ਬੰਦੇ ਲਾਲਚ ਦੇ ਵਿੱਚ, ਕਿਸੇ ਹੋਰ ਗੱਲ 'ਚ, ਕਿਸੇ ਡਰ 'ਚ ਜਾਣਾ, ਉਹ ਇੱਕ ਅਲੱਗ ਗੱਲਾਂ ਹੁੰਦੀਆਂ ਨੇ ਹਮੇਸ਼ਾ ਹੀ। ਐ ਤਾਂ ਅੰਗਰੇਜ਼ਾਂ ਨਾਲ ਵੀ ਪੰਜਾਬ 'ਚ ਬਹੁਤ ਬੰਦੇ ਰਹੇ ਨੇ, ਜਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਉਹਨੇ ਜੈਲਦਾਰ ਜਮਾਦਾਰ ਫਲਾਣੇ ਵੀ ਉਨੇ ਹੀ ਸੀ, ਇਤੋਂ ਕੋਈ ਘੱਟ ਨਹੀਂ ਸੀ। ਪਰ ਜਿਹੜਾ ਇੱਕ ਮੈਸੇਜ ਦਾ ਇਡੀਅਮ ਹੁੰਦਾ, ਉਹਦੇ ਦਿਮਾਗ ਦੇ ਵਿੱਚ ਇੱਕ ਘਰ ਕਰ ਗਈ ਗੱਲ ਹੁੰਦੀ ਹੈ। ਫ੍ਰੈਗਰੈਂਸ ਆਫ ਸੋਇਲ ਦੇ ਰਿਪਰੈਜ਼ੈਂਟੇਟਿਵ ਜਿਹੜੇ ਹੁੰਦੇ ਨੇ ਨਾ, ਉਹ ਬੰਦੇ ਹੁੰਦੇ ਨੇ ਅਸਲ 'ਚ ਸਭ ਤੋਂ ਜ਼ਿਆਦਾ। ਉਹਦਾ ਜਾਣਾ ਅਜੇ ਕਾਫੀ ਮੁਸ਼ਕਲ ਕੰਮ ਹੈ ਮੇਰੇ ਖਿਆਲ ਹੈ ਉਸ ਪੱਧਰ ਦੇ ਉੱਤੇ ਕਿ ਉਹ ਨਵਾਂ ਕੋਈ ਰੀਜਨਲ ਗਰੁੱਪ ਹੀ ਭਾਲਦੇ ਨੇ। ਅਕਾਲੀ ਦਲ ਤੋਂ ਨਿਰਾਸ਼ ਨੇ, ਤੇ ਨਿਰਾਸ਼ ਨਹੀਂ ਕੇਵਲ ਨਾਰਾਜ਼ਗੀ ਵੀ ਅੱਗੇ ਦੁਸ਼ਮਣੀ ਦੀ ਹੱਦ ਤੱਕ ਵੀ ਕਈ ਵਾਰ ਚਲੀ ਗਈ। ਲੋਕ ਆਏ ਕਹਿੰਦੇ ਨੇ ਇਹਨਾਂ ਨੂੰ ਬਾਈਪਅਪ ਕੱਢੋ ਜੋ ਵੀ, ਪਰ ਉਹ ਹਮਦਰਦੀ ਨਹੀਂ ਗਈ ਜਿਹੜੀ ਕਹਿੰਦੀ ਹੈ ਕਿ ਪੰਥਕ ਧਿਰ ਕੋਈ ਪੰਜਾਬ 'ਚ ਹੋਵੇ, ਰੀਜਨਲ ਗਰੁੱਪ ਕੋਈ ਪੰਜਾਬ 'ਚ ਹੋਵੇ। ਇਹ ਜਿਹੜਾ ਇੱਕ ਸੈਂਟੀਮੈਂਟ ਹੈ ਪੰਜਾਬ ਦੇ ਵਿੱਚ ਪ੍ਰਵੇਲ ਕਰ ਰਿਹਾ, ਇਹ ਨਹੀਂ ਗਿਆ। ਜਿੰਨੀ ਸੈਂਟਰਲਾਈਜੇਸ਼ਨ ਹੋ ਜਾਏਗੀ ਇਹ ਹੋਰ ਜ਼ਿਆਦਾ ਫੋਰਸਫੁਲੀ ਰਿਐਕਟ ਕਰੇਗਾ ਮੇਰਾ ਖਿਆਲ ਹੈ। ਉਹਦਾ ਕੋਈ ਤਰੀਕਾ ਕੋਈ ਵੀ ਹੋ ਸਕਦਾ, ਉਹ ਡੈਮੋਕ੍ਰੈਟਿਕ ਪੋਲਿਟਿਕਸ ਵੀ ਹੋ ਸਕਦੀ ਹੈ, ਉਹ ਖਾਲੀ ਪਏ ਸਪੇਸ 'ਚ ਫਿਰ ਕੋਈ ਹੋਰ ਫਨੋਮਨਾ, ਕੋਈ ਹੋਰ ਵਰਤਾਰਾ ਵੀ ਹੋ ਸਕਦਾ। ਸਰਦਾਰ ਜਗਤਾਰ ਸਿੰਘ ਜੀ, ਬੀਜੇਪੀ ਦੀ ਲੀਡਰਸ਼ਿਪ ਅਕਸਰ, ਜਿਵੇਂ ਸਰਦਾਰ ਹਰਮੀਤ ਸਿੰਘ ਹੋਰਾਂ ਨੇ ਗੱਲ ਕਹੀ ਹੈ ਕਿ ਮਾਸਸ ਦੇ ਵਿੱਚ ਜਿਸ ਤਰ੍ਹਾਂ ਦੇ ਸਾਡੀਆਂ ਜੜ੍ਹਾਂ ਦੇ ਵਿੱਚ ਸੰਸਕਾਰ ਨੇ, ਰਹਿਣੀ ਸਹਿਣੀ ਆ ਸਾਡੀ ਤੇ ਜੋ ਵੀ ਆ, ਉਹਦੇ ਵਿੱਚ ਬੀਜੇਪੀ ਨੂੰ ਸਪੇਸ ਹਾਸਲ ਕਰਨੀ ਔਖੀ ਆ, ਇਹਨਾਂ ਦਾ ਜਿਹੜਾ ਕਥਨ ਹੈ। ਪਰ ਬੀਜੇਪੀ ਦੀ ਲੀਡਰਸ਼ਿਪ ਇਹ ਮੰਨਦੀ ਹੈ ਕਿ ਜੇ ਕਾਂਗਰਸ ਸਥਾਪਿਤ ਹੋ ਸਕਦੀ ਹੈ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ, ਅਸੀਂ ਕਿਉਂ ਨਹੀਂ, ਅਸੀਂ ਸੇਮ ਸਰੂਪ ਨਾਲ ਜਿਉਂਦੇ ਆ। ਕਾਂਗਰਸ ਦੀ ਲੀਡਰਸ਼ਿਪ ਵੀ ਉਹਨਾਂ ਕਾਫੀ ਲੈ ਲਈ ਹੈ, ਸਿੱਖ ਕਾਫੀ ਹੱਦ ਤੱਕ ਦਿੱਲੀ ਦੇ ਵਿੱਚ ਉਹਨਾਂ ਨੂੰ ਮਿਲਣ ਜਾਂਦੇ ਰਹੇ, ਪੂਰੀ ਕਵਾਇਤ ਹੋਈ ਆ। ਫਿਰ ਕੀ ਜੇ ਕਾਂਗਰਸ ਪ੍ਰਵਾਨਿਤ ਹੈ, ਬੀਜੇਪੀ ਕਿਉਂ ਨਹੀਂ? ਇਹ ਉਹਨਾਂ ਦਾ ਤਰਕ ਹੈ, ਤੁਹਾਡਾ ਇੱਥੇ ਕੀ ਮੰਨਣਾ? ਪੰਜਾਬ
ਦੇ ਦਾ ਜਿਹੜਾ ਸਟਰਕਚਰ ਹੈ ਨਾ ਉਹ ਸਟੱਡੀ ਕਰਨ ਦੀ ਇੱਥੇ ਲੋੜ ਹੈਗੀ ਹੈ। ਪੰਜਾਬ ਦੀ ਪਾਪੂਲੇਸ਼ਨ ਯੂਨੀਫਾਰਮ ਨਹੀਂ, ਸਿੱਖ ਡੋਮੀਨੇਟਡ ਜ਼ਰੂਰ ਹੈਗੀ ਹੈ। ਇੱਕ ਵੱਡਾ ਸੈਕਸ਼ਨ ਹਿੰਦੂ ਪਾਪੂਲੇਸ਼ਨ ਦਾ, ਜਦੋਂ ਵੱਡਾ ਕਹਿੰਦੇ ਹੈ ਇਹ ਆਲਮੋਸਟ 40% ਹੈ। ਸੋ ਬੀਜੇਪੀ ਉਸ ਪਾਸਿਓਂ ਐਂਟਰ ਕਰਦੀ, ਜਦੋਂ ਉਸ ਪਾਸਿਓਂ ਐਂਟਰੀ ਹੁੰਦੀ ਹੈ ਤਾਂ ਸਿੱਖਾਂ ਦੇ ਸਿਰਫ ਇੱਕ ਸੈਕਸ਼ਨ ਦੀ ਉਹਨਾਂ ਨੂੰ ਲੋੜ ਹੈਗੀ ਹੈ, ਤੇ ਉਹ ਸੈਕਸ਼ਨ ਹਮੇਸ਼ਾ ਹੀ ਸ਼ਿਫਟ ਕਰਨ ਵਾਸਤੇ ਤਿਆਰ ਹੁੰਦਾ ਹੈ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹ ਪਾਰਟੀ ਹਿੰਦੂਤਵਾ ਦੀ ਗੱਲ ਕਰਦੀ ਹੈ ਜਾਂ ਕੀ ਕਰਦੀ ਹੈ। ਪਿਛਲਾ ਅਕਾਲੀ ਦਲ ਨੇ ਦਰਵਾਜ਼ੇ ਖੋਲ੍ਹੇ ਹੋਏ ਹੈ, ਸਿੱਖਾਂ ਨੂੰ ਬੀਜੇਪੀ ਦੇ ਨਾਲ ਕੋਈ ਰਿਜ਼ਰਵੇਸ਼ਨ ਨਹੀਂ ਹੈ। ਅਸੀਂ ਥਿਓਰੈਟੀਕਲ ਕਈ ਵਾਰੀ ਗੱਲਾਂ ਕਰ ਲੈਂਦੇ ਹਾਂ, ਜੋ ਕੁਝ ਪਾਣਾ ਪਿਛਲੇ 1996 ਤੋਂ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਉਹ ਬੀਜੇਪੀ ਅਨਟੱਚੇਬਲ ਨਹੀਂ ਹੈ। ਪੰਜਾਬ ਦੇ ਵਿੱਚ ਇਸੇ ਕਰਕੇ ਜਿਹੜੀ ਹਿੰਦੂਤਵਾ ਦੇ ਖਾਲਿਸਤਾਨ ਦੀ ਗੱਲ ਹੁੰਦੀ ਹੈ, ਉਹ ਇੱਕ ਸੈਕਸ਼ਨ ਜਿਹੜਾ ਰੈਡੀਕਲ ਪੋਲਿਟਿਕਸ ਨਾਲ ਸੰਬੰਧਿਤ ਹੈ ਸਿਰਫ ਉਹ ਕਰਦਾ ਹੈ। ਜਿਹੜਾ ਦੂਸਰਾ ਸੈਕਸ਼ਨ ਹੈ ਮੋਡਰੇਟ ਸਿੱਖ ਪੋਲਿਟਿਕਸ ਦਾ, ਉਹ ਤਾਂ ਇਸ ਬਾਈਨਰੀ ਨੂੰ ਟੱਚ ਹੀ ਨਹੀਂ ਕਰਦਾ। ਨਾ ਹੀ ਕਿਤੇ ਵੀ ਕੋਈ ਸਟੇਟਮੈਂਟ ਨਹੀਂ ਹੈ ਕਿਸੇ ਦੀ ਜਿੰਨੀ ਹੈਗੀ ਹੈ, ਇਹ ਸਾਰੀਆਂ ਰੈਡੀਕਲ ਸਟਰੀਮ ਦੇ ਵਿੱਚੋਂ ਆ ਰਹੀਆਂ। ਸੋ ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ। ਸਿਸਟੇਮੈਟਿਕਲੀ ਬੀਜੇਪੀ ਇੱਕ ਸਿੱਖ ਸੈਕਸ਼ਨ ਦੇ ਵਿੱਚ ਐਂਟਰ ਕਰ ਰਹੀ ਹੈ। ਔਰ ਤੁਸੀਂ ਜੇ ਗੱਲ ਕਰਕੇ ਦੇਖੋਗੇ, ਮੈਂ ਪ੍ਰੈਕਟਿਸ ਦੀ ਗੱਲ ਕਰਦਾ ਤੇ ਆਮ ਸਿੱਖ ਨਾਲ ਗੱਲ ਕਰ ਲਓ, ਉਹ ਕਹਿੰਦੇ ਵੀ ਸਾਨੂੰ ਕੋਈ ਰਿਜ਼ਰਵੇਸ਼ਨ ਨਹੀਂ ਹੈ। ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਹਿੰਦੂਤਵਾ ਦੀ ਕਰਦੇ ਹਾਂ, ਸੈਂਟਰਲਾਈਜੇਸ਼ਨ ਦੀ ਕਰਦੇ ਹਾਂ, ਪ੍ਰੈਕਟਿਸ ਉਹ ਤੋਂ ਡਿਫਰੈਂਟ ਚੱਲਦੀ ਆ ਰਹੀ ਹੈ। ਸੋ ਮੇਰੇ ਖਿਆਲ ਦੇ ਵਿੱਚ ਬੀਜੇਪੀ ਆਪ ਸਿੱਧੀ ਸ਼ਾਇਦ ਉਹਨਾਂ ਤਕੜੀ ਹੋ ਕੇ ਨਾ ਐਮਰਜ ਹੋਵੇ ਜੇ ਇੱਕ ਸਿੱਖ ਸੈਕਸ਼ਨ ਨਾਲ ਉਹ ਪੈਰਲਲ ਅਕਾਲੀ ਦਲ ਐਮਰਜ ਕਰਾ ਦਿੰਦੀ ਹੈ ਤੇ ਉਹ ਸਿਚੁਏਸ਼ਨ ਥੋੜੀ ਜਿਹੀ ਚੇਂਜ ਹੋ ਜਾਂਦੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਸ ਵੇਲੇ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਖਾਸੀ ਮੁਸ਼ਕਲ ਦੇ ਵਿੱਚ ਫਸਿਆ ਹੋਇਆ। ਸਰਦਾਰ ਹਰਮੀਤ ਸਿੰਘ ਜੀ, ਜਦੋਂ ਬੀਜੇਪੀ ਪਿਛਲੇ 5-4 ਦਿਨ ਚ ਵੱਡਾ ਕੰਸਰਨ ਸ਼ੋ ਕਰਦੀ ਹੈ, ਬਹੁਤ ਦਰਬਤ ਰਹੇ ਆ ਉਹਨਾਂ ਦੇ ਲੀਡਰ, ਉਹਨਾਂ ਨੇ ਬਹੁਤ ਦਿਲ ਦਿਖਾਇਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਨੁਮਾ ਸਿਆਸਤ ਉਹਨੂੰ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਅਸਰਅੰਦਾਜ਼ ਕਰਨਾ ਚਾਹੁੰਦੇ ਆ, ਔਰ ਉਹਨਾਂ ਦਾ ਫੋਕਸ ਜਿਹੜਾ ਹੈ, ਉਹਨਾਂ ਦਾ ਟਾਰਗੇਟ ਏਰੀਆ ਹੈ, ਉਹਨਾਂ ਦਾ ਉਹ ਪੋਲਿਟਿਕਸ ਹੈ, ਉਹ ਉਹਨੂੰ ਅਕਾਲੀ ਦਲ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਾਪਤ ਕਰਨ ਲੈਣ ਲਈ ਕਾਹਲੇ ਵੀ ਨੇ, ਲੇਕਿਨ ਉਹ ਸਲਾਈਟਲੀ ਸਲੋਲੀ ਦਿਖਾ ਕੇ ਅਗਲੇ ਸਮੇਂ ਤੱਕ ਉਹਨੂੰ ਕੈਪਚਰ ਕਰ ਲੈਣਗੇ। ਜਿਵੇਂ ਉਹਨਾਂ ਨੂੰ ਜਿੰਨੀ ਕੁ ਜ਼ਰੂਰਤ ਹੈ 20% 15% 10% ਸਿੱਖ ਵੋਟ ਜੇ ਆਉਂਦੀ ਹੈ ਤੇ ਉਧਰਲੇ ਪਾਸਿਓਂ ਉਹਨਾਂ ਦੀ ਰਵਾਇਤੀ ਵੋਟ ਥੋੜੀ ਉਹਨਾਂ ਨੂੰ ਵਧਾ ਕੇ ਆ ਜਾਂਦੀ ਹੈ, ਜਿਹੜੀ 42% ਦੇ ਕਰੀਬ ਹਿੰਦੂ ਪਾਪੂਲੇਸ਼ਨ ਹੈ। ਤੇ ਇਹ ਫਿਰ ਸਿਆਸੀ ਸਮੀਕਰਨ ਅੱਗੇ ਵੱਧ ਤਾਂ ਜਾਣਗੇ ਨਾ। ਇਹ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਜਿਹੜਾ ਇਹ ਟ੍ਰੈਂਡ ਹੈ, ਮੈਨੂੰ ਨਹੀਂ ਲੱਗਦਾ ਸਿੱਖੀ ਚ ਬੀਜੇਪੀ ਐਕਸੈਪਟੇਬਲ ਹੈ। ਹਜੇ ਇੱਕ ਫ੍ਰਿੰਜ ਐਲੀਮੈਂਟ ਹੈ, ਉਹ ਤਾਂ ਐਕਸੈਪਟੇਬਲ ਹੈ ਉਨੀ ਕਿ ਇੱਕ ਰੀਜਨਲ ਪਾਰਟੀ ਦਾ ਉਹਦੇ ਨਾਲ ਸਮਝੌਤਾ ਹੈ ਉਸ ਹੱਦ ਤੱਕ ਬਸ। ਕਿਉਂਕਿ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਅਸੀਂ ਸਿੱਖ ਉਹਦੇ ਲਈ ਤੁਹਾਡੇ ਲਈ ਸਟੈਂਡ ਕਰਦੇ ਹਾਂ। ਅਕਾਲੀ ਦਲ ਤੇ ਉਦੋਂ ਤੋਂ ਹੀ ਐਲੀਗੇਸ਼ਨ ਲੱਗ ਰਿਹਾ, ਅਕਾਲੀ ਦਲ ਗਰਾਊਂਡਡ ਪਾਰਟੀ ਹੈ, 100 ਸਾਲ ਪੁਰਾਣੀ ਹੈ। ਉਸੇ ਦਾ ਗ੍ਰਾਫ ਡਿੱਗਦਾ ਡਿੱਗਦਾ ਹੀ ਡਿੱਗਦਾ ਹੁੰਦਾ, ਔਰ ਡਿੱਗਦਾ ਡਿੱਗਦਾ ਜਿੱਥੇ ਚਲਾ ਗਿਆ। ਅਕਾਲੀ ਦਲ ਦੇ ਅੰਦਰ ਵੀ ਇਹ ਸਵਾਲ ਹਮੇਸ਼ਾ ਰਿਹਾ, ਅਕਾਲੀ ਦਲ ਦੇ ਬਾਹਰ ਵੀ ਇਹ ਸਵਾਲ ਹਮੇਸ਼ਾ ਰਿਹਾ, ਐਲੀਗੇਸ਼ਨ ਕਿ ਤੁਸੀਂ ਗਹਿਣੇ ਧਰਤੀ ਹੈ ਸਿੱਖੀ, ਸਿੱਖ ਸਿਧਾਂਤ, ਫੈਡਰਲਿਜ਼ਮ, ਬਾਕੀ ਦੇ ਸਵਾਲ ਤੇ ਵਜੇ ਉਹ। ਔਰ ਕਿਤੇ ਜੰਮੂ ਕਸ਼ਮੀਰ ਵਾਲਾ ਹਾਲ ਨਾ ਹੋ ਜੇ ਜੇਕਰ ਇਸੇ ਤਰੀਕੇ ਨਾਲ ਚੱਲਿਆ। ਬੀਜੇਪੀ ਨਾਲ ਅਲਾਇੰਸ ਦੇ ਵਿੱਚ ਮਹਿਬੂਬਾ ਨੇ ਵੀ ਕੀਤੀ, ਔਰ ਜਦੋਂ ਮਹਿਬੂਬਾ ਦੀ ਸਰਕਾਰ ਟੁੱਟੀ ਹੈ, JNK ਜਿਸ ਕੰਡੀਸ਼ਨ 'ਚ ਚਲਾ ਗਿਆ ਮੁੜ ਕੇ ਤੇ ਜੂਨੀਅਰ ਟੈਰੀਟਰੀ 'ਚ ਬਦਲ ਦਿੱਤਾ ਗਿਆ ਉਦੋਂ ਬਾਅਦ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਉਦੋਂ ਜ਼ਿਆਦਾ ਹੋਈਆਂ। ਹਾਲਾਂਕਿ ਉਹਦਾ ਪ੍ਰੋਫਾਈਲ ਹੋਰ ਹੈ, ਜੰਮੂ 'ਚ ਬਹੁਤ ਜ਼ਿਆਦਾ ਸੈਂਟੀਮੈਂਟ ਲੋਕ ਇੱਕ ਪਰ ਦੋ ਫਿਰਕੇ ਬਣ ਗਏ, ਆਬਾਦੀ ਪੋਲਰਾਈਜੇਸ਼ਨ ਸੀਗੀ, ਕਸ਼ਮੀਰ 'ਚ ਹੋਰ ਸੀ ਤੇ ਜੰਮੂ 'ਚ ਹੋਰ ਸੀ। ਉਸ ਪੱਧਰ ਦੇ ਉੱਤੇ ਜਿਹੜੇ ਪੁੰਛ, ਰਜੌਰੀ, ਡੋਡਾ, ਜਿਹੜੇ ਬਾਕੀ ਡਿਸਟ੍ਰਿਕਟ ਸੀ ਜਿੱਥੇ ਮਿਕਸਡ ਸੀਗੀ ਪਾਪੂਲੇਸ਼ਨ, ਉੱਥੇ ਹੋਰ ਲੈਵਲ ਦਾ ਬਿਹੇਵੀਅਰ ਸੀਗਾ। ਔਰ ਚਲਦੇ ਚਲਦੇ ਲੇਹ ਤੇ ਲਦਾਖ ਤੇ ਕਾਰਗਿਲ ਵੀ ਐਂਟੀ ਸੈਂਟਰ ਖੜੇ ਹੋ ਗਏ ਨੇ ਕਿ ਸਾਡੀ ਮਜਾਜ, ਸਾਡੇ ਸਟੇਟਹੁੱਡ ਦਾ ਕਿੱਧਰ ਗਿਆ, ਸਾਨੂੰ ਦਿਓ। ਜਿਹੜੇ ਇਹ ਕਹਿੰਦੇ ਸੀ ਜੰਮੂ ਕਸ਼ਮੀਰ ਤੋਂ ਅਲੱਗ ਹੋਣ ਵਾਲੇ ਬੰਦੇ ਵੀ ਸੀ, ਜਿਹੜੇ ਹਮੇਸ਼ਾ ਫੇਵਰ 'ਚ ਰਹੇ ਅਲੱਗ ਹੋਣ ਦੇ, ਉਹ ਵੀ ਉੱਥੇ ਚਲੇ ਗਏ ਨੇ ਮੁੜ ਕੇ। ਬਾਕੀ ਤਾਂ ਛੱਡੋ, ਜਿਹੜੇ ਬਾਕੀ ਦੀਆਂ ਚੀਜ਼ਾਂ ਨੇ। ਇਸ ਲਈ ਜਿਹੜਾ ਹਿਸਟੋਰੀਕਲ ਪਰਸਪੈਕਟਿਵ ਹੈ ਇੱਕ, ਜਿਹੜਾ ਇਦੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਉਹ ਤਾਂ ਖੜੇ ਜਿੱਦਣ, ਔਰ ਸਿੱਖ ਬੀਜੇਪੀ ਦੇ ਮੁਕਾਬਲੇ ਕਾਂਗਰਸ ਪ੍ਰੈਫਰ ਕੇਵਲ ਇਸ ਲਈ ਕਰਦਾ ਸੀ ਹੁਣ ਤੱਕ। ਇਹ ਬਲੂ ਸਟਾਰ ਤੋਂ ਬਾਅਦ
ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਬੇਸਿਕ ਦੁਸ਼ਮਣੀ ਵਾਲਾ ਮਾਹੌਲ ਪਿਆ, ਇਦੋਂ ਪਹਿਲਾਂ ਨਹੀਂ ਸੀ। ਕਾਂਗਰਸ ਆਪਣੇ ਆਪ ਨੂੰ ਸੋ ਕਾਲਡ ਹੀ ਸਹੀ ਸੈਕੂਲਰ ਜਮਾਤ ਦੇ ਤੌਰ ਤੇ ਪੇਸ਼ ਕਰਦੀ ਰਹੀ ਹੈ, ਔਰ ਸੈਕੂਲਰ ਜਮਾਤ ਔਰ ਸੰਵਿਧਾਨ ਦੇ ਵੈਲਿਊ ਸਿਸਟਮ ਦੇ ਨੇੜੇ ਤੇੜੇ। ਬੀਜੇਪੀ ਜਿਸ ਢੰਗ ਨਾਲ ਸੰਵਿਧਾਨ, ਜਿਸ ਢੰਗ ਨਾਲ ਸਿਲੇਬਸ, ਜਿਸ ਢੰਗ ਨਾਲ ਬਾਕੀ ਚੀਜ਼ਾਂ ਕਰ ਰਹੀ ਹੈ, ਨਾਰਮਲੀ ਨੈਰੇਟਿਵ ਜੋ ਦੇਸ਼ ਦੇ ਵਿੱਚ ਵਾਪਰ ਰਿਹਾ ਹੈ, ਜੋ ਗਲੋਬਲ ਲੈਵਲ ਤੇ ਵਾਪਰ ਰਿਹਾ ਹੈ ਇਸ ਪੱਧਰ ਦੇ ਉੱਤੇ, ਇਹ ਸਾਰਾ ਚਾਰ ਸਪੇਰੇ ਜਿਹੜਾ ਅਸਰ ਦਿਖਾਈ ਦੇ ਰਿਹਾ। ਕਰਨਾਟਕਾ ਦਾ ਰਿਜ਼ਲਟ ਦੱਸ ਦੇਗਾ ਇਸ ਵਾਰ ਕਿੰਨਾ ਕੁ ਆ। ਮੈਨੂੰ ਇਹ ਲੱਗਦਾ ਕਿ ਇੱਥੇ ਦੀ ਰੀਜਨਲ ਪਾਰਟੀ ਦਾ ਸਕੋਪ ਤੁਸੀਂ ਮਾਈਨਸ ਕਰਕੇ ਨਾ ਕਿ ਦੋ ਨੈਸ਼ਨਲ ਪਾਰਟੀਆਂ ਰਹਿ ਜਾਣਗੀਆਂ, ਇਹ ਸੰਭਵ ਹੈ ਨਹੀਂ ਮੇਰਾ ਖਿਆਲ। ਔਰ ਇਸੇ ਕਰਕੇ ਮੈਨੂੰ ਲੱਗਦਾ ਇਹ ਬਹੁਤ ਬੜਾ ਗੈਪ ਹੈ, ਐਡਾ ਸੌਖਾ ਕੰਮ ਨਹੀਂ, ਐਡੀ ਟੈਕਨੀਕਲ ਵੀ ਵਾਲੀ ਵੀ ਪੋਲਿਟਿਕਸ ਨਹੀਂ ਹੈ। ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਟ੍ਰੀਟ ਕਰਨਾ ਕਿ ਬੀਜੇਪੀ ਗਰੂਰਲ ਤੋਂ ਲੈ ਕੇ ਸਾਰੇ ਕਿਤੇ ਉਹਨੂੰ ਪ੍ਰਵਾਨ ਮਾਨਤਾ ਮਿਲ ਜਾਏਗੀ। ਔਰ ਕਿਉਂਕਿ ਮਸ਼ੀਨਰੀ ਅੱਜ ਕੱਲ੍ਹ ਚੱਲਦੀ ਹੈ, ਪੈਸਾ ਵੀ, ਵੋਟਾਂ ਦੀ ਮਸ਼ੀਨ ਹੋਰ ਤਰ੍ਹਾਂ ਗਿਣਦੀ ਹੈ, ਕੇਵਲ ਵੋਟ ਰਾਜਨੀਤੀ ਵੀ ਸਾਰਾ ਕੁਝ ਡਿਸਾਈਡ ਨਹੀਂ ਕਰਦੀ ਹੁੰਦੀ, ਕਈ ਵਾਰ ਉਦੋਂ ਵੱਡੇ ਮਸਲੇ ਖੜੇ ਹੋ ਜਾਂਦੇ ਨੇ। ਫਿਰ ਜੀ ਸਰਦਾਰ ਜਗਤਾਰ ਸਿੰਘ ਜੀ, ਇਹੀ ਸਵਾਲ, ਜਿਸ ਤਰੀਕੇ ਨਾਲ ਜੇ ਖੇਤਰੀ ਪਾਰਟੀ ਨੂੰ ਸਮਰਥਨ ਨਹੀਂ ਮਿਲ ਰਿਹਾ ਔਰ ਦੋ ਨੈਸ਼ਨਲ ਪਾਰਟੀਆਂ ਦੀ ਗੁੰਜਾਇਸ਼ ਹੀ ਨਹੀਂ ਹੈ ਇਸ ਧਰਾਤਲ ਤੇ, ਫਿਰ ਖੇਤਰੀ ਪਾਰਟੀ ਦਾ ਸਬਸਟੀਟਿਊਟ ਵੀ ਕੋਈ ਦੇਖਿਆ ਜਾਂਦਾ ਹੁੰਦਾ, ਕੋਈ ਬਦਲ ਆਪ ਮੁਹਾਰੇ ਨਿਕਲ ਆਉਂਦੇ ਨੇ? ਤੁਹਾਨੂੰ ਲੱਗਦਾ ਕਿ ਜੇਕਰ ਸੀਨ ਇੰਨਾ ਗਹਿ-ਗੱਚ ਹੋ ਗਿਆ ਤਾਂ ਫਿਰ ਖੇਤਰਵਾਦ ਦੀ ਭਾਵਨਾ ਜਿਹੜੀ ਇੱਥੇ ਪ੍ਰਬਲ ਵੀ ਰਹਿੰਦੀ ਆ, ਉਹ ਫਿਰ ਕਿਸ ਤਰੀਕੇ ਨਾਲ ਪ੍ਰਜਵਲਿਤ ਹੋਏਗੀ? ਪਹਿਲੀ ਗੱਲ ਤਾਂ ਮੈਂ ਬਿਲਕੁਲ ਨਹੀਂ ਕਿਹਾ ਕਿ ਇੱਥੇ ਸਿਰਫ ਦੋ ਨੈਸ਼ਨਲ ਪਾਰਟੀਆਂ ਰਹਿਣਗੀਆਂ। ਮੈਂ ਲਗਾਤਾਰ ਇੱਕ ਥੀਸਿਸ ਲੈ ਕੇ ਚੱਲਦਾ ਹੈ ਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ, ਤਕੜੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਸਟੇਬਲ ਰਹਿ ਹੀ ਨਹੀਂ ਸਕਦਾ। ਜਿਹੜੀ ਇੱਥੋਂ ਦੀ ਸਿਆਸਤ ਹੈ ਉਹ ਅਦਰਵਾਈਜ਼ ਸਟੇਬਲ ਰਹਿ ਹੀ ਨਹੀਂ ਸਕਦੀ। ਇੱਥੇ ਇਸ਼ੂ ਇਹ ਨਹੀਂ ਹੈ ਕਿ ਪਾਰਟੀ ਰਾਜ ਕਿਹੜੀ ਕਰ ਰਹੀ ਹੈ, ਜਿਹੜੀ ਪੰਜਾਬ ਦਾ ਪੋਲੀਟੀਕਲ ਡਿਸਕੋਰਸ ਹੈ, ਜੇ ਉਹਨੂੰ ਸਟੇਬਲ ਰੱਖਣਾ ਹੈ ਤਾਂ ਤੁਹਾਨੂੰ ਸਟਰੋਂਗ ਅਕਾਲੀ ਦਲ ਦੀ ਬਹੁਤ ਲੋੜ ਹੈ। ਇਹ ਪੰਜਾਬ ਦਾ ਬੇਸਿਕ ਕਰੈਕਟਰ ਹੈ ਜੀ। ਉਹ ਮੈਂ ਇਹ ਨਾਲ ਲੈ ਕੇ ਚੱਲਦਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਬਰਾਬਰ ਵੱਡੀ ਧਿਰ ਹੈ। ਬਾਕੀ ਦੋ ਪਾਰਟੀਆਂ ਨੇ ਕਿਵੇਂ ਇਹਦੇ ਨਾਲ ਆਪਣਾ ਜਿਹੜੀ ਕਨਵਰਸੇਸ਼ਨ ਹੈ ਉਹ ਡਿਵੈਲਪ ਕਰਨੀ ਹੈ, ਉਹ ਵੱਖਰਾ ਇਸ਼ੂ ਹੈ। ਸਿੱਖਾਂ ਦਾ ਇੱਕ ਸੈਕਸ਼ਨ ਲਗਾਤਾਰ ਵੇਵਰ ਕਰਦਾ ਹੈ, ਤੇ ਮੈਂ ਉੱਥੋਂ ਗੱਲ ਕਰ ਰਿਹਾ ਕਿ ਜੇ ਸਿੱਖਾਂ ਦਾ ਇੱਕ ਸੈਕਸ਼ਨ ਲੈ ਕੇ ਬੀਜੇਪੀ ਆਪਣੀ ਜੜ੍ਹਾਂ ਇੱਥੇ ਮਜ਼ਬੂਤ ਕਰ ਲੈਂਦੀ ਹੈ ਤੇ ਨਾਲ ਇੱਕ ਤਕੜਾ ਅਕਾਲੀ ਦਲ ਦੀ ਫੈਕਸ਼ਨ ਲਾ ਲੈਂਦੀ ਹੈ, ਸਰਕਾਰ ਬਣ ਜਾਂਦੀ ਹੈ। ਔਰ ਜੇ ਉਹਨਾਂ ਨੇ ਸੀਐਮ ਸਿੱਖ ਹੀ ਰੱਖਣਾ ਹੈ ਤੇ ਫਿਰ ਜਿਹੜੀ ਇਹ ਵੀ ਸਮੱਸਿਆ ਹੈ ਕਿ ਇੱਥੇ ਸਿੱਖੀ ਰਾਜ ਕਰਨਗੇ, ਉਹ ਵੀ ਕੁਝ ਹੱਦ ਤੱਕ ਖਤਮ ਹੋ ਜਾਂਦੀ ਹੈ। ਕਾਂਗਰਸ ਨੇ ਵੀ ਅੱਜ ਤੱਕ ਸਿੱਖ ਸੀਐਮ ਹੀ ਰੱਖਿਆ ਸੀ। ਆਪਾਂ ਭੁੱਲ ਜਾਂਦੇ ਕਿ ਬਲੂ ਸਟਾਰ ਤੋਂ ਬਾਅਦ ਜਿਹੜੀ 85 ਦੀ ਇਲੈਕਸ਼ਨ ਆਈ ਸੀਗੀ, ਉਹਦੇ 'ਚ ਜਰਕੇ ਕਾਂਗਰਸ ਦੀ ਸੀਟਾਂ ਤਾਂ ਹੋਣੀਆਂ ਨਹੀਂ ਚਾਹੀਦੀਆਂ, 32 ਸੀਟਾਂ ਆਈਆਂ ਸੀਗੀਆਂ। ਉਹ 32 ਕਿਹੜੇ ਪਾਸੇ ਆਉਣਗੀਆਂ ਜੀ? ਬਲੂ ਸਟਾਰ ਤੋਂ ਬਾਅਦ 32 ਸੀਟਾਂ ਕਾਂਗਰਸ ਦੀ ਆਉਣੀਆਂ, ਇਹ ਬੜੀ ਵੱਡੀ ਗੱਲ ਸੀਗੀ ਜੀ। ਜਰਕੇ 97 ਦੇ ਵਿੱਚ 14 ਆਈਆਂ ਸੀ। ਮੈਂ ਕੰਪੈਰੀਜ਼ਨ ਦੇਣ ਲੱਗੇ। ਇਹ ਪੋਲਰਾਈਜੇਸ਼ਨ ਦੀ ਇਹ ਬੜੀ ਇਸ ਲਈ ਪੋਲਰਾਈਜੇਸ਼ਨ ਕਰਕੇ ਨਾ ਉਹ ਸਰਕਾਰ ਦੀ ਟਾਈਮਿੰਗ ਪੋਲਰਾਈਜੇਸ਼ਨ। ਹਾਂ, ਇਹਦਾ ਮਤਲਬ ਇਹ ਹੈ ਪੰਜਾਬ ਦੇ ਵਿੱਚ ਇਹ ਬਿਹੇਵੀਅਰ ਜਿਹੜਾ ਹੈਗਾ ਬਹੁਤ ਅਜੀਬ ਹੈ ਸਾਰਾ। ਦੂਜੀ ਗੱਲ ਜਿਹੜੀ ਕਸ਼ਮੀਰ ਦੀ ਗੱਲ ਹੈਗੀ ਹੈ, ਉਹ ਤਾਂ ਆਪਣੇ ਆਪ ਨੂੰ ਇੰਡੀਅਨ ਕਹਿੰਦੇ ਹੀ ਨਹੀਂ। ਉਹ ਤਾਂ ਇੰਡੀਆ ਤੇ ਕਸ਼ਮੀਰ ਦੀ ਗੱਲ ਕਰਦੇ ਆ। ਉਹ ਆਪਣੇ ਆਪ ਨੂੰ, ਉਹਨਾਂ ਦਾ ਨੈਰੇਟਿਵ ਪੰਜਾਬ ਤੋਂ ਬਿਲਕੁਲ ਹੀ ਵੱਖਰਾ ਹੈ। ਅਸੀਂ ਪ੍ਰੂਵ ਕਰਦੇ ਰਹਿੰਦੇ ਵੀ ਅਸੀਂ ਰਾਸ਼ਟਰਵਾਦੀ ਹਾਂ, ਉਹ ਕਹਿੰਦੇ ਅਸੀਂ ਇੰਡੀਆ ਹੈ ਹੀ ਨਹੀਂ ਜੀ। ਕਸ਼ਮੀਰ ਦਾ ਵੀ ਭਾਜੀ ਇਹਦਾ ਉਲਟ ਕੰਮ ਹੈ। ਕਸ਼ਮੀਰ ਦੀਆਂ ਰੀਜਨਲ ਪਾਰਟੀਆਂ ਟੋਟਲ ਕੱਟੜ ਨੈਸ਼ਨਲ ਫਾਰੂਕ ਅਬਦੁੱਲੇ ਤੋਂ ਲੈ ਕੇ ਜਿੱਤਦੀਆਂ ਨੇ, ਬਾਕੀ ਜਿੰਨੇ ਆਏ ਨੇ। ਔਰ ਜੰਮੂ ਤਾਂ ਸਾਰਾ ਹੈ ਹੀ ਹੈ। ਕਸ਼ਮੀਰੀ ਇੱਕ ਗੱਲ ਕਰੋ, ਇਹ 87 ਤੋਂ ਬਾਅਦ ਦਾ ਫਰੋਮਨ ਹੈ ਕਸ਼ਮੀਰ 'ਚ, ਉਦੋਂ ਪਹਿਲਾਂ ਨਹੀਂ ਹੈ ਬਿਲਕੁਲ ਹੀ। ਔਰ ਟੋਟਲੀ ਲੜਾਈਆਂ 'ਚ ਕਸ਼ਮੀਰ ਨਾਲ ਹੈ, ਟੋਟਲ ਬਾਕੀ ਚੀਜ਼ਾਂ 'ਚ ਨਾਲ ਹੈ। ਤੁਸੀਂ ਉਹਦੀ ਹਿਸਟਰੀ ਟੋਟਲ ਦੇਖੋਗੇ ਤਾਂ ਸਾਡੇ ਸਾਹਮਣੇ ਹੈ। 87 'ਚ ਪਹਿਲੀ ਵਾਰ ਗਨ ਉੱਠੀ ਹੈ ਕਸ਼ਮੀਰ ਦੇ ਵਿੱਚ ਇੰਡੀਆ ਦੇ ਖਿਲਾਫ, ਉਹ ਵੀ ਇਲੈਕਸ਼ਨ ਰਿਗ ਹੁੰਦੀ ਹੈ ਟੋਟਲੀ। ਜਿਹਨੂੰ ਉਹ ਚਾਹੁੰਦੇ ਨੇ ਉਹ ਇਲੈਕਸ਼ਨ, ਉਹ ਨਹੀਂ। ਗਿਲਾਨੀ 4 ਵਾਰ ਦਾ ਐਮਐਲਏ ਆ ਉਹਦਾ। ਨਹੀਂ, ਉਹ ਉਸ ਤੋਂ ਪਹਿਲਾਂ ਵੀ ਇੰਡੀਆ ਤੇ ਕਸ਼ਮੀਰ ਦੀ ਗੱਲ ਕਰਦੇ ਸੀ। ਗਨ ਦੀ ਗੱਲ ਨਹੀਂ ਇਹਦੇ 'ਚ, ਪਹਿਲਾਂ ਵੀ ਨੈਰੇਟਿਵ ਉਹਨਾਂ ਦਾ ਹੀ ਸੀਗਾ। ਮੈਂ ਆਖਰੀ ਗੱਲ ਇਸ ਮਾਮਲੇ 'ਚ ਕਰਨਾ ਚਾਹੂੰਗਾ ਕਿ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਬੀਜੇਪੀ ਕਿਸੇ ਵੱਡੇ ਅਕਾਲੀ ਦਲ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੂਗੀ, ਭਾਵੇਂ ਉਹ ਇਸ ਸ਼ੇਪ 'ਚ ਨਾ ਹੋਵੇ ਜਿਸ ਸ਼ੇਪ 'ਚ ਹੋਣਾ ਹੈ।
ਪਰ ਬੀਜੇਪੀ ਜੇ ਖੁਦ ਵੱਡੀ ਹੋਊਗੀ ਤੇ ਫਿਰ ਉਹ ਅਕਾਲੀ ਦਲ ਨੂੰ ਵੱਡੇ ਰੂਪ 'ਚ ਨਹੀਂ ਲੈਣਾ ਚਾਹੂਗਾ, ਛੋਟੇ ਭਰਾ ਦੇ ਰੂਪ 'ਚ ਲੈਣਾ ਚਾਹੂਗੀ। ਮੇਰੇ ਖਿਆਲ ਹੁਣ ਉਹਨਾਂ ਦਾ ਏਜੰਡਾ ਵੀ ਆ ਕਿ ਕੱਲ ਨੂੰ ਜੇ ਗੱਠਜੋੜ ਹੋਵੇ ਤੇ ਉਹ ਸੁਖਬੀਰ ਸਿੰਘ ਬਾਦਲ ਨੂੰ ਕਹਿਣ ਕਿ 35-40 ਦੀ ਗੱਲ ਕਰੋ ਜੀ, ਇਸ ਤੋਂ ਅੱਗੇ ਨਹੀਂ। ਮੇਰਾ ਖਿਆਲ ਹੈ 60-40 ਦਾ ਅਕਾਲੀ ਦਲ ਨੇ ਇਸ ਵੇਲੇ ਆਫਰ ਕੀਤੀ ਸੀ। ਪਿੱਛੇ ਜਿਹੜੀ ਗੱਲ ਆਈ ਸੀਗੀ ਬਈ ਅਕਾਲੀ ਦਲ ਕਹਿ ਰਿਹਾ ਵੀ 40% ਅੱਗੇ ਤੁਸੀਂ ਲੈ ਲਿਓ ਤੇ 60 ਸਾਨੂੰ ਦੇ ਦਿਓ, ਇੱਥੇ ਗੱਲ ਤੁਰੀ ਸੀ, ਉਹਨਾਂ ਨੇ ਰਿਜੈਕਟ ਕਰਤੀ ਸੀ। ਮੈਨੂੰ ਲੱਗਦਾ ਹੁਣ ਤਾਂ 50-50 ਤੋਂ ਸਿਚੁਏਸ਼ਨ ਕਿਵੇਂ ਬਣਦੀ ਹੈ। ਮਜ਼ਬੂਤ ਜਾਂ ਅਕਾਲੀ ਦਲ ਮਜ਼ਬੂਤ ਜਾਂ ਕੋਈ ਰੀਜਨਲ ਪਾਰਟੀ, ਅਕਾਲੀ ਦਲ ਕਹੋ ਉਹ ਜਾਂ ਨੈਸ਼ਨਲ ਪਾਰਟੀ ਮੌਜੂਦ, ਬਰਾਬਰ ਦੀਆਂ ਨਹੀਂ ਦੋ ਚੱਲ ਸਕਣਗੀਆਂ ਕਿਸੇ ਵੀ ਹਾਲਤ ਦੇ ਵਿੱਚ। ਔਰ ਜਦੋਂ ਮੇਨ ਡੋਮੀਨੇਟ ਪਾਰਟੀ ਆ ਜਿਹਦੀ ਸੈਂਟਰ 'ਚ ਸੱਤਾ ਹੋਏਗੀ, ਉਹ ਜੇ ਬਰਾਬਰ ਦੀਆਂ ਵੀ ਕਰ ਲਓ ਤਾਂ ਨਤੀਜ ਵਾਲਾ ਹਾਲ ਹੋਊ, ਗਲ ਘੁੱਟਿਆ ਜਾਏਗਾ, ਜਿਹੜਾ ਵੀ ਮਰਜ਼ੀ ਬਣਾ ਦੋ। ਕੱਲਾ ਪੱਗ ਰੱਖ ਕੇ ਸਿੱਖ ਦਾ ਕੁਐਸਚਨ ਨਹੀਂ ਹੈ। ਅਮਰਿੰਦਰ ਸਿੰਘ ਜੇ ਕਾਂਗਰਸ ਦਾ ਪੈਰ ਲੱਗੇ ਇਦੋਂ ਬਾਅਦ, ਬਲੂ ਸਟਾਰ ਤੋਂ ਬਾਅਦ, ਅਮਰਿੰਦਰ ਸਿੰਘ ਉਹ ਹੈ ਜਿਹਨੇ ਅਸਤੀਫਾ ਦੇ ਕੇ ਆਏ ਆ 98 ਦੇ ਵਿੱਚ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ, 97 ਦੀ ਉਹਦੇ ਤੋਂ ਬਾਅਦ ਕਿਉਂਕਿ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ, ਤੇ ਉਦੋਂ ਬਾਅਦ ਚਲੋ 92 ਦੀ ਤਾਂ ਇਲੈਕਸ਼ਨ ਹੀ ਨਹੀਂ ਨਾ, ਬਾਕੀ ਦਾ ਬਾਈਕਾਟ ਸੀ, ਜਿੰਨੀਆਂ ਕੁ ਵੋਟਾਂ ਪਈਆਂ ਬਣ ਗਈ ਹੈ। ਤੇ ਅਮਰਿੰਦਰ ਸਿੰਘ ਐਜ ਏ ਰੀਜਨਲ ਤੇ ਸਿੱਖ ਲੀਡਰ ਦੇ ਤੌਰ ਤੇ ਐਕਸੈਪਟ ਹੋਇਆ ਚਿਹਰਾ ਸੀ, ਜਿੱਥੇ ਕਿਹਾ ਗਿਆ ਦੋਨੋਂ ਇਲੈਕਸ਼ਨਾਂ 'ਚ ਕਿ ਅਮਰਿੰਦਰ ਦੇ ਮੂੰਹ ਨੂੰ ਵੋਟ ਪੈ ਰਹੀ ਹੈ, ਕਾਂਗਰਸ ਨੂੰ ਨਹੀਂ, ਜਿਹੜੀਆਂ ਉਹ ਚੀਜ਼ਾਂ ਸੀ। ਇਸ ਲਈ ਉਹ ਰੀਜਨਲ ਜਿਹੜਾ ਇੱਕ ਫੈਕਟਰ ਹੈ, ਜਿਹੜੀਆਂ ਗੱਲਾਂ ਤੇ ਉਹ ਬੋਲਿਆ, ਚਾਹੇ ਉਹ ਪਾੜੀਆਂ ਤੇ ਬਿੱਲ ਬਣਾਇਆ, ਚਾਹੇ ਉਹ ਬਾਕੀ ਦੀਆਂ ਚੀਜ਼ਾਂ ਨੇ, ਉਹਨੇ ਆਪਣੇ ਆਪ ਨੂੰ ਐ ਪੇਸ਼ ਕੀਤਾ। ਲੋਕ ਇਹ ਗੱਲ ਕਰਨ ਲੱਗੇ ਸੀ ਕਿ ਬਾਦਲ ਵਧੀਆ ਸਿੱਖ ਹੈ ਜਾਂ ਅਮਰਿੰਦਰ ਵਧੀਆ ਸਿੱਖ ਹੈ, ਦੋਨਾਂ ਚੋਂ ਕੌਣ ਮੇਨ ਆਦਮੀ ਹੈ। ਔਰ ਉਦੋਂ ਤੱਕ ਇਹ ਸੀ ਕਿ ਅਮਰਿੰਦਰ ਆਪਣੀ ਹਾਈ ਕਮਾਂਡ ਨੂੰ ਅੱਖ ਦਿਖਾ ਸਕਦਾ ਹੈ, ਐਡਾ ਕੁ ਜ਼ਰੂਰਤਮੰਦ ਆਦਮੀ ਉਦੋਂ ਤੱਕ ਹੈ ਸੀ। ਇਹ ਠੀਕ ਆ, ਬਾਅਦ ਵਾਲੇ 5 ਸਾਲ ਜਿਹੋ ਜਿਹੇ ਗਏ ਨੇ ਇਹ ਸਾਰਿਆਂ ਨੂੰ ਪਤਾ, ਤੇ ਉਹਦੇ ਕਰਕੇ ਉਹਦੀ ਲੀਡਰਸ਼ਿਪ ਵੀ ਉਹਨਾਂ ਦੀ ਫਿਰ ਕਿੱਥੇ ਗਈ ਕਾਂਗਰਸ ਦੀ ਜੀ। ਇਸੇ ਕਰਕੇ ਉਹਨੂੰ ਪੰਥ ਵੀ ਕਿਹਾ ਗਿਆ ਹੈ ਨਾ, ਇਸੇ ਕਰਕੇ ਉਸ ਪੀਰੀਅਡ 'ਚ ਉਹਨੂੰ ਪੰਥ ਵੀ ਕਿਹਾ ਗਿਆ ਸੀ। ਚਲੋ ਬਿਲਕੁਲ ਬਿਲਕੁਲ। ਹਾਂ, ਵੈਸੇ ਵੀ ਬੰਦਾ ਜਦੋਂ ਲੜਨ ਦਾ ਮਾਦਾ ਗਵਾ ਲੈਂਦਾ ਇਹ ਸੋਚ ਕੇ ਵੀ ਇਹਨਾਂ ਲੜਾਈਆਂ 'ਚ ਕੀ ਰੱਖਿਆ, ਐਵੇਂ ਪਰਚੇ ਕਰਾਉਣ ਦਾ ਕੀ ਫਾਇਦਾ, ਫਿਰ ਉਹ ਮਹਾਰਾਜਿਆਂ ਵਾਲੀ ਜ਼ਿੰਦਗੀ 'ਚ ਪਰਤ ਜਾਂਦਾ ਹੈ, ਤੇ ਫਿਰ ਕਈ ਪਾਕਿਸਤਾਨੀ ਮਿੱਤਰ ਤੇ ਹੋਰ ਕੁਝ ਸ਼ਾਮਲ ਹੋ ਜਾਂਦਾ, ਫਿਰ ਫੋਕਸ ਬਦਲ ਜਾਂਦੇ ਆ। ਖੈਰ ਆਪਾਂ ਇਹਨਾਂ ਗੱਲਾਂ ਤੇ ਕਦੀ ਆਏ ਨਹੀਂ, ਇਹ ਗੱਲਾਂ ਕਰਨੀਆਂ ਵੀ ਨਹੀਂ ਚਾਹੀਦੀਆਂ। ਆਖਰ 'ਚ 2-4 ਲਾਈਨਾਂ 'ਚ ਗੱਲ ਖਤਮ ਕਰਦੇ ਆ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਇਹਨੂੰ ਸ਼ੁਰੂ ਕਰ ਦਿਓ ਤੇ ਸਰਦਾਰ ਹਮੀਰ ਸਿੰਘ ਖਤਮ ਕਰ ਦੇਣਗੇ। ਜਦੋਂ ਬਾਈਬਲ ਕਲਾਂ ਬਾਈਬਲ ਕਲਾਂ ਮਾਮਲੇ 'ਚ SIT ਜਿਹੜੀ ਅਦਾਲਤ ਵਿੱਚ ਇਹ ਕਹਿ ਕੇ ਆਈ ਸੀਗੀ ਹਾਈ ਕੋਰਟ 'ਚ ਕਿ ਸਾਨੂੰ ਐਕਸੈਸ ਨਹੀਂ ਆ ਕੋਟਕਪੂਰਾ ਜਾਂਚ ਦੇ ਤੱਥਾਂ ਦਸਤਾਵੇਜ਼ਾਂ ਤੱਕ, ਜਦੋਂ ਤੱਕ ਅਸੀਂ ਨਹੀਂ ਕਰਦੇ ਉਦੋਂ ਤੱਕ ਇਹ ਜਾਂਚ ਕੰਪਲੀਟ ਨਹੀਂ ਹੋ ਸਕਦੀ। 1 ਮਹੀਨਾ ਤੋਂ ਵੱਧ ਹੋ ਗਿਆ ਚਾਰਜ ਸ਼ੀਟ ਦਾਖਲ ਹੋਏ ਨੂੰ। ਉਹ ਤੱਥ ਆਮ ਪਬਲਿਕ ਦੇ ਵਿੱਚ ਤਾਂ ਵਿਚਾਰੇ ਗਏ, ਅਖਬਾਰਾਂ ਨੇ ਰਿਪੋਰਟ ਕਰਤੇ, ਲੇਕਿਨ ਲਗਭਗ 40 ਦਿਨ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੱਲ ਵਾਲੀ ਤਰੀਕ ਦੇ ਉੱਤੇ ਬਾਈਬਲ ਕਲਾਂ ਮਾਮਲੇ ਵਾਲੀ SIT ਦੀ ਰਿਪੋਰਟ ਜਾਂ ਚਾਰਜ ਸ਼ੀਟ ਦਾਇਰ ਨਹੀਂ ਕਰਦੀ, ਤਾਂ ਇਹਦੇ ਮਾਇਨੇ ਕੀ ਨੇ? ਇਹ ਟਾਈਮਿੰਗ ਦੇ ਨਜ਼ਰੀਏ ਦੇ ਸਵਾਲ ਨੇ ਜਾਂ ਕੋਈ ਹੋਰ ਮਾਮਲਾ? ਮੈਨੂੰ ਕਈ ਵਾਰੀ ਬੜੀ ਸਿੰਪਲ ਜੀ ਗੱਲ ਲੱਗਦੀ ਹੁੰਦੀ ਹੈ ਸਾਰੇ ਮਾਮਲੇ ਤੇ। ਸਮੇਤ ਸਿੰਘ ਸੈਣੀ ਦਾ ਨਾਂ ਜਿੰਨੇ ਵੀ ਕੇਸੇ ਦੇ ਵਿੱਚ ਆਉਂਦਾ ਹੈ, ਉਹਦੀ ਤੁਸੀਂ ਪ੍ਰੋਗਰੈਸ ਦੇਖ ਲਓ, ਉਹਨਾਂ ਦੇ ਕੋਈ ਕੇਸ ਵੀ ਹੁਣ ਤੱਕ ਤੇਜ਼ੀ ਨਹੀਂ ਫੜਦਾ। ਕਿਤੇ ਉਹੀ ਹਾਲ ਅਲਟੀਮੇਟਲੀ ਇਸ ਕੇਸ ਦਾ ਵੀ ਨਾ ਹੋਵੇ। ਜਿਨ੍ਹਾਂ ਅਫਸਰਾਂ ਨੂੰ ਟ੍ਰੇਡ ਦੀ ਕਿਸੇ ਵੇਲੇ ਇਮਿਊਨਿਟੀ ਸੀ, ਤੇ ਇਹ ਸਾਰਾ ਕੁਝ ਅਫਸਰ ਇਹਨਾਂ ਦੇ ਵਿੱਚ ਉਹ ਹੈਗੇ ਬਈ ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਨੂੰ ਕੁਝ ਨਹੀਂ ਹੋਣਾ। ਹੁਣ ਕੇਸ ਚਾਰਜ ਸ਼ੀਟ ਫਾਈਲ ਹੋ ਗਈ, ਚਾਰਜ ਸ਼ੀਟਾਂ ਦੇ ਖਿਲਾਫ ਹੋਰ ਕੇਸਾਂ 'ਚ ਵੀ ਹੋਈ ਵੀ ਜੀ, ਕੇਸ ਅੱਗੇ ਤੁਰੇ ਹੀ ਨਹੀਂ। ਮੈਂ ਇਹਨੂੰ ਜ਼ਿਆਦਾ ਉਸ ਪਾਸੋਂ ਦੇਖਦਾ ਕਿ ਇੱਕ ਵਾਰੀ ਜਿਹੜੇ ਨਾ ਆਉਣੇ ਸੀ ਆ ਗਏ, ਇਹ ਹੌਲੀ ਹੌਲੀ ਕੇਸ ਚੱਲਣਗੇ ਜੀ। ਸਰਦਾਰ ਹਮੀਰ ਸਿੰਘ ਜੀ, ਇੱਥੋਂ ਹੀ ਅਸੀਂ ਗੱਲ ਤੋਰੀ ਸੀ ਮੁੱਖ ਮੰਤਰੀ ਦੇ ਟਵੀਟ ਤੋਂ, ਪੋਸਟ ਤੋਂ, ਜਿਹਦੇ ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਉਸ ਪਾਰਟੀ ਜਿਹੜੀ ਬੇਅਦਬੀ ਮਾਮਲਿਆਂ 'ਚ ਇਹ ਸ਼ਬਦ ਉਹਨਾਂ ਵਰਤਿਆ, ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਜੇਕਰ ਮਾਮਲੇ ਡਿਲੇ ਹੋਣਗੇ ਤਾਂ ਸਾਡਾ ਹੁਣ ਆਪਾਂ ਪ੍ਰੋਗਰਾਮ ਨੂੰ ਵਿਰਾਮ ਵੀ ਇਸੇ ਗੱਲ ਤੇ ਦੇ ਰਹੇ ਹਾਂ ਕਿ ਬਾਈਬਲ ਕਲਾਂ ਦੇ ਮਾਮਲੇ 'ਚ ਚਾਰਜ ਸ਼ੀਟ 'ਚ ਦੇਰੀ ਕਿਉਂ? ਕੀ ਕੋਈ ਵੱਡੇ ਮਕਸਦ ਹੱਲ ਕਰਨੇ ਨੇ? ਬਿਲਕੁਲ, ਇਹਦਾ ਸਵਾਲ ਇਹੀ ਸੀ। ਲੋਕ ਇਹ ਕਹਿੰਦੇ ਸੀ, ਨਾਰਮਲੀ ਇੱਕ ਚਰਚਾ ਵੀ ਸੀ ਕਿ ਜਦੋਂ ਬਾਈਬਲ ਕਲਾਂ ਕੋਟਕਪੂਰੇ ਵਾਲੇ ਚਲਾਨ ਆ ਗਿਆ ਤਾਂ ਬਾਈਬਲ ਕਲਾਂ ਵਾਲਿਆਂ ਨੇ ਕੀ ਕਰਨਾ, ਕਾਪੀ 'ਚ ਪੈਣੀ ਨਾ। ਉਦੋਂ ਬਾਅਦ ਆ ਕੇ ਬੰਦੇ ਤਾਂ ਉਹੀ ਨੇ ਉੱਥੇ ਆ ਕੇ ਕੰਮ ਕਰਨ ਵਾਲੇ, ਜਿਹੜੇ ਉੱਥੇ ਗੋਲੀ ਚੱਲੀ, ਇੱਥੇ ਆ ਕੇ ਗੋਲੀ ਚੱਲੀ, ਇੱਥੇ
ਬਲਕਿ ਜ਼ਿਆਦਾ ਸੀਰੀਅਸ ਮਾਮਲਾ ਹੈ, ਉਹਨਾਂ ਧਾਰਾਵਾਂ 'ਚ ਵਾਧਾ ਹੋਣ ਦੇ ਚਾਂਸ ਬਣਦੇ ਨੇ ਇੱਥੇ ਆ ਕੇ, ਕਿਉਂਕਿ ਮਰਡਰ ਕੇਸ ਵੀ ਨੇ 302 307 ਕੱਲਾ ਉੱਥੇ ਤੱਕ ਨਹੀਂ ਰਹਿੰਦਾ, 153 ਬਾਕੀ। ਉਹ ਸਵਾਲ ਕੇਵਲ ਇਹ ਨੇ ਵੀ 29 ਅਪ੍ਰੈਲ ਸੀਗੀ ਤੇ ਉਦੋਂ ਚਾਂਸ ਸੀਗਾ, ਲੰਘ ਗਿਆ ਕੱਲ, ਤੇ ਹੁਣ ਕੀ ਇਹ ਪੋਲੀਟੀਕਲੀ ਸੋਚਿਆ ਜਾਂਦਾ ਜਾਂ ਕੋਈ ਟੈਕਨੀਕਲ ਇਸ਼ੂ ਹੈ? ਇਹ ਤਾਂ ਹੁਣ ਸਰਕਾਰ ਨੇ ਹੀ ਦੱਸਣਾ, ਲੋਕਾਂ ਦੇ ਸਾਹਮਣੇ ਤੱਕ ਮੈਸੇਜ ਇਹੀ ਜਾਏਗਾ ਕਿ ਡਿਲੇ ਕਰਨ ਦਾ ਮਤਲਬ ਕੱਲਾ ਇਹ ਹੋ ਜਾਂਦਾ, ਜਦੋਂ ਪਹਿਲਾਂ ਚੀਫ ਮਿਨਿਸਟਰ ਕਹਿੰਦੇ ਸੀ ਵੀ ਦੇਖੋ ਅਸੀਂ 7000 ਪੰਨਿਆਂ ਦੀ ਪੇਸ਼ ਕਰਾਤੀ ਫਲਾਨਾ, ਹਾਲਾਂਕਿ ਉਹਨਾਂ ਨੇ ਬਦਲ ਲਿਆ ਸੀ ਥੋੜਾ ਜਿਹਾ ਬਾਅਦ ਚ ਆਪਣੇ ਆਪ ਨੂੰ, ਵੀ ਸਾਡੀ ਪੁਲਿਸ ਨੇ ਇੰਨੀ ਮਿਹਨਤ ਕੀਤੀ, ਸਾਡੀ SIT ਨੇ ਇੰਨਾ ਉਹ ਕੀਤਾ ਜਿਹੜਾ ਬਾਅਦ ਦੇ ਵਿੱਚ ਉਹ ਕੀਤਾ। ਹੁਣ ਸਵਾਲ ਇੰਨਾ ਹੀ ਇਹ ਰਹੂਗਾ ਹਮੇਸ਼ਾ ਹੀ ਕਿ ਕੀ ਇਹਨੂੰ ਕੇਵਲ ਪੋਲੀਟੀਕਲ ਮਕਸਦ ਤੱਕ ਹੀ ਸੀਮਿਤ ਰੱਖਿਆ ਜਾਊਗਾ ਕਿ ਜਦ ਸੂਟੇਬਲ ਹੋਏਗਾ ਉਦੋਂ ਕੋਈ ਗੱਲ ਖੋਲਣੀ ਹੈ, ਜਾਂ ਇੱਕ ਕਾਨੂੰਨ ਨੂੰ ਆਪਣੇ ਕੰਮ ਕਰਨ ਦਿੱਤਾ ਜਾਏ। ਤੇ ਉਹਦੇ ਲਈ ਜਿਹੜੀ ਬਾਰ-ਬਾਰ ਉੱਠਦੀ ਡਿਮਾਂਡ ਹੈ ਕਿ ਜੇ ਵਾਕਈ ਇਹਦਾ ਕਲੋਜ਼ਰ ਕਰਨਾ ਹੈ, ਇਹਨੂੰ ਨਿਪਟਾਉਣਾ, ਤਾਂ ਫਾਸਟ ਟਰੈਕ ਕੋਰਟ ਦਾ ਆਪਸ਼ਨ ਜਿਹੜੀ ਹੈ ਉਹ ਕਿਉਂ ਨਹੀਂ ਮਤਲਬ ਦਿਖਾਈ ਜਾ ਰਹੀ, ਜਾਂ ਕਿਉਂ ਨਹੀਂ ਉਹ ਆਪਸ਼ਨ ਬਾਰੇ ਸੋਚਿਆ ਜਾ ਰਿਹਾ, ਤਾਂ ਕਿ ਉਹ ਛੇਤੀ ਕੀਤੇ ਨਿਆਂ ਜਿਹੜਾ ਉਹ ਦਿਖਾਈ ਦੇਵੇ। ਨਿਆਂ ਕਹਿੰਦੇ ਨੇ ਮਿਲਣਾ ਚਾਹੀਦਾ, ਜਿਹੜਾ ਫਸਿਆ ਹੁੰਦਾ ਜੇ ਉਹ ਨਿਰਦੋਸ਼ ਆ ਉਹਨੂੰ ਵੀ ਬਲਕਿ ਜਲਦੀ ਨਿਆਂ ਚਾਹੀਦਾ ਹੁੰਦਾ, ਤੇ ਜਿਹੜੇ ਦੋਸ਼ੀ ਨੇ ਜੇ ਉਹਨਾਂ ਨੂੰ ਫੜਿਆ ਜਾਣਾ ਤਾਂ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਉਹਦੇ ਲਈ ਵੀ ਦੋਨਾਂ ਲਈ ਫਾਇਦੇਮੰਦ ਹੁੰਦਾ। ਔਰ ਜੇਕਰ ਨਿਆਂ ਪ੍ਰਣਾਲੀ ਵੱਡੇ ਤੇਜ਼ੀ ਦੇ ਨਾਲ ਇਹ ਕੰਮ ਕਰ ਸਕੇ, ਜੇ ਚੀਫ ਮਿਨਿਸਟਰ ਇਹ ਕਰ ਸਕਣ, ਤਾਂ ਜ਼ਿਆਦਾ ਮੇਰੇ ਖਿਆਲ ਹੈ ਇੱਜ਼ਤ ਮਿਲੇਗੀ ਇਹਦੇ ਮੁਕਾਬਲੇ। ਤਾਂ ਜੇ ਤਾਂ ਹੁਣ ਫਿਰ ਪੋਲੀਟੀਕਲ ਸਕੋਰ ਸੈੱਟ ਕਰਨੇ ਨੇ, ਫਿਰ ਤਾਂ ਫਰਕ ਕੋਈ ਨਹੀਂ ਰਹੇਗਾ, ਪੁਰਾਣੇ ਔਰ ਨਵਿਆਂ ਦੇ ਵਿੱਚ ਉਹੀ ਕੰਮ ਚੱਲਣਾ। ਇਨਸਾਫ ਜਿੰਨਾ ਜਲਦੀ ਮਿਲ ਸਕੇ ਮਿਲਣਾ ਚਾਹੀਦਾ, ਨਹੀਂ ਤੇ ਕਿਤੇ ਕੋਈ ਹੋਰ ਵੀ ਸੱਤਾ ਇਹਦੀ ਭੇਂਟ ਨਾ ਹੋਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।